ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਪਹਿਲਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨ ਹੈ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵਥ। ਸਭ ਜਗ ਜਿਨ ਹੈ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵਥ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ, ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ,
ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਚੱਲ ਕਰਕੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ, ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਨਾਲ ਆਪਾਂ ਸਮੁੱਚੇ ਸੰਗਤੀ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਬੈਠੀਆਂ ਨੇ, ਬੜੇ ਬੈਰਾਗ ਵਿੱਚ ਆ ਕਰਕੇ ਸ਼ਰਧਾ ਸਤਿਕਾਰ ਨਾਲੋਂ ਮਨਾ ਰਹੀਆਂ ਹਨ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਰਸੀਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਜੇ ਪਰਉਪਕਾਰਾਂ ਨੂੰ ਇੱਕ ਜਵਾਨ ਦੇ ਨਾਲ ਕੋਈ ਬਿਆਨ ਕਰਨਾ ਚਾਹੇ ਤਾਂ ਸਾਧ ਸੰਗਤ ਕਦਾਚਿਤ ਨਹੀਂ ਹੋ ਸਕਦੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਰੂਪ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਤੱਖ ਹਰ ਹਨ। ਪਰਮੇਸ਼ਰ ਰੂਪ ਹੋਣ ਕਰਕੇ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਐਸੇ ਪਰਉਪਕਾਰ ਹਨ, ਜੀਵ ਲੱਖਾਂ ਜਨਮ ਧਾਰਨ ਕਰਕੇ ਹਜ਼ਾਰਾਂ ਜਵਾਨਾਂ ਵੀ ਪ੍ਰਾਪਤ ਹੋ ਜਾਣ ਤਾਂ ਵੀ ਪਰਮਾਤਮਾ ਤੇ ਗੁਰੂ ਦੇ ਪਰਉਪਕਾਰ ਕਦੇ ਸਮਸ਼ਟੀ ਰੂਪ ਦੇ ਵਿੱਚ ਬਿਆਨ ਨਹੀਂ ਹੋ ਸਕਦੇ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਸੈਂਚੀਆਂ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ ਗ੍ਰੰਥ ਸਾਹਿਬ ਤਿਆਰ ਕੀਤੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੋਵਰ ਜਿਹੜਾ ਪਟਵਾ ਕਰਕੇ ਪੱਕਾ ਕਰਵਾਇਆ, ਉਸ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾ ਕੇ ਜਦੋਂ ਸਰੋਵਰ ਜਲ ਦੇ ਨਾਲ ਭਰ ਗਿਆ, ਐਸੀ ਸੁੰਦਰ ਸੋਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੋਈ।
ਉਧਰ ਗੁਰਬਾਣੀ ਦੀ ਸੰਪੂਰਨਤਾ ਤੋਂ ਬਾਅਦ ਸਤਿਗੁਰਾਂ ਨੇ ਪਾਵਨ ਗੁਰਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤੀ। ਜਿਸ ਪਾਵਨ ਗੁਰਬਾਣੀ ਦਾ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਹੈ, ਜਿਸ ਗੁਰਬਾਣੀ ਦੇ ਅੰਦਰ ਜੀਵ ਈਸ਼ ਦੀ ਏਕਤਾ ਦੀ ਵਿਚਾਰ ਸਮਾਈ ਹੋਈ ਹੈ, ਜਿਸ ਪਾਵਨ ਗੁਰਬਾਣੀ ਦੇ ਅੰਦਰ ਨਿਰੋਲ ਬ੍ਰਹਮ ਦਾ ਗਿਆਨ ਹੈ, ਕਿਸੇ ਦਾ ਖੰਡਨ ਕਿਸੇ ਦਾ ਮੰਡਨ ਗੁਰਬਾਣੀ ਵਿੱਚ ਨਹੀਂ ਕੀਤਾ ਗਿਆ। ਇਸ ਪਾਵਨ ਗੁਰਬਾਣੀ ਨੂੰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ ਤਾਂ ਬਹੁਤ ਸਾਰੇ ਜਿਹੜੇ ਐਸੇ ਲੋਕ ਸਨ, ਉਹਨਾਂ ਦੇ ਮਨਾਂ ਅੰਦਰ ਪ੍ਰਤਿਕੂਲ ਜਿਹੜੀਆਂ ਵਿਚਾਰਾਂ ਪੈਦਾ ਹੋਈਆਂ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸੋਭਾ ਮਹਾਨ ਅਪਰ ਤੋਂ ਅਪਾਰ ਹੁੰਦੀ ਜਾ ਰਹੀ ਹੈ। ਬਾਦਸ਼ਾਹ ਦੇ ਤੱਕ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਹ ਸੁਨੇਹੇ ਪਹੁੰਚੇ। ਦੂਸਰੇ ਪਾਸੇ ਜਿਹੜਾ ਚੰਦੂ ਸੀ, ਇਸ ਦੀ ਲੜਕੀ ਦਾ ਰਿਸ਼ਤਾ ਨਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਸ ਵੇਲੇ ਜਿਹੜੇ ਲਾਗੀ ਸੱਜਣ ਆਏ ਸਨ ਪੱਕਾ ਕਰ ਗਏ। ਦਿੱਲੀ ਵਿੱਚ ਜਾ ਕੇ ਚੰਦੂ ਨੂੰ ਦੱਸਿਆ, ਦੀਵਾਨ ਸਾਹਿਬ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨਾਲ ਪੱਕਾ ਕਰ ਆਏ ਹਾਂ। ਇਹ ਸੁਣਦਿਆਂ ਸਾਰ ਹੰਕਾਰੀ ਜਿਹੜਾ ਚੰਦੂ ਦੀਵਾਨ ਸੀ ਬਾਦਸ਼ਾਹ ਦਾ, ਕਹਿਣ ਲੱਗਿਆ, ਇਹ ਤੁਸਾਂ ਨੇ ਕੀ ਕਰ ਦਿੱਤਾ? ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕਰਕੇ ਆ ਗਏ। ਆਪਣੇ ਆਪ ਨੂੰ ਚੁਬਾਰਾ ਸਮਝਦਾ ਹੰਕਾਰੀ ਬੰਦਾ ਧੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੁਰੂ ਘਰ ਹੈ, ਜਿੱਥੋਂ ਬਾਬਰ ਵਰਗਿਆਂ ਨੂੰ ਬਾਦਸ਼ਾਹੀਆਂ ਪ੍ਰਾਪਤ ਹੋਈਆਂ, ਉਸ ਨੂੰ ਇੱਕ ਮੋਰੀ ਨਾਲੀ ਸਮਝਦਾ ਹੈ। ਇਸ ਲਈ ਇਹ ਜਿਹੜੇ ਬਚਨ ਸੀ, ਕਹੇ ਹੋਏ ਬੋਲ ਸੀ, ਉਸ ਦੇ ਗੁਰੂ ਕੀਆਂ ਸੰਗਤਾਂ ਨੂੰ ਦਿੱਲੀ ਵਿੱਚ ਪਤਾ ਲੱਗੇ ਨੇ। ਸਿੱਖਾਂ ਨੇ ਕਹਿ ਦਿੱਤਾ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਚਿੱਠੀਆਂ ਪਾ ਦਿੱਤੀਆਂ, ਸੁਨੇਹੇ ਘੱਲ ਦਿੱਤੇ। ਸਤਿਗੁਰੂ ਹੰਕਾਰੀ ਜਿਹੜਾ ਚੰਦੂ ਬਾਦਸ਼ਾਹ ਦਾ ਦੀਵਾਨ ਆਹ ਸ਼ਬਦ ਬੋਲਦਾ ਗੁਰੂ ਨਾਨਕ ਦੇ ਪ੍ਰਤੀ, ਇਸ ਦੀ ਲੜਕੀ ਦਾ ਰਿਸ਼ਤਾ ਨਾਤਾ ਕਦਾਚਿਤ ਪ੍ਰਵਾਨ ਨਾ ਕੀਤਾ ਜਾਵੇ। ਸੰਗਤਾਂ ਦੇ ਗੁਰਸਿੱਖਾਂ ਦੇ ਕਹੇ ਹੋਏ ਬਚਨਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਵੀਕਾਰ ਕੀਤਾ। ਕਹਿ ਦਿੱਤਾ ਕਿ ਕਦਾਚਿਤ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਾਤਾ ਗੁਰੂ ਨਾਨਕ ਦੇ ਦਰ ਵਿੱਚ ਨਹੀਂ ਪ੍ਰਵਾਨਿਆ ਜਾਵੇਗਾ। ਇਹ ਸੁਨੇਹੇ ਜਦੋਂ ਦਿੱਲੀ ਗਏ ਨੇ, ਚੰਦੂ ਸੜ ਵੱਲ ਕੇ ਕੋਲੇ ਹੋ ਗਿਆ ਕਿ ਇਹ ਗੁਰੂ ਅਰਜਨ ਸਾਹਿਬ ਨੇ ਕੀ ਬੋਲ ਕਹਿ ਦਿੱਤੇ। ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੇਰਾ ਭੈ ਨਹੀਂ ਮੰਨਿਆ, ਕੋਈ ਡਰ ਨਹੀਂ ਰੱਖਿਆ ਗੁਰੂ ਨੇ। ਮੈਂ ਗੁਰੂ ਨੂੰ ਸੂਲੀ ਤੇ ਟੰਗ ਸਕਦਾ, ਫਾਂਸੀ ਤੇ ਲਟਕਾ ਸਕਦਾ, ਜਿਸ ਤਰ੍ਹਾਂ ਮਰਜ਼ੀ ਕਰਾਂ। ਆਪਣੀ ਹਕੂਮਤ ਦੇ ਨਸ਼ੇ ਵਿੱਚ ਆਏ ਹੋਏ ਨੇ। ਬਹੁਤ ਸਾਰੇ ਸੁਨੇਹੇ ਸਤਿਗੁਰਾਂ ਤੱਕ ਭੇਜੇ ਨੇ। ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ, ਜੋ ਗੁਰੂ ਕੀਆਂ ਸੰਗਤਾਂ ਦਾ ਹੁਕਮ ਹੈ, ਇਹ ਸਿਰ ਮਸਤਕ ਪ੍ਰਵਾਨ ਹੈ, ਇਹ ਰਿਸ਼ਤਾ ਨਾਤਾ ਪ੍ਰਵਾਨਿਆ ਨਹੀਂ ਜਾਵੇਗਾ। ਫਿਰ ਇਹਨੇ ਬੜੀਆਂ ਸਾਜ਼ਿਸ਼ਾਂ ਰਚਨਾ ਕੀਤੀਆਂ। ਇੱਧਰ ਜਿਹੜਾ ਬਾਦਸ਼ਾਹ ਸੀ ਸਾਧ ਸੰਗਤ, ਇਹ ਦਿੱਲੀ ਤੋਂ ਚੱਲ ਕੇ ਕਸ਼ਮੀਰ ਦੇ ਇਲਾਕੇ ਨੂੰ ਅੱਜ ਕੱਲ੍ਹ ਦੇ ਗਰਮੀ ਦਾ ਸਮਾਂ ਜਾਣ ਕੇ ਜਾ ਰਿਹਾ ਸੀ। ਲਾਹੌਰ ਵਿੱਚ ਚੰਦੂ ਨੇ ਅਟਕਾਉਣਾ ਕੀਤਾ। ਇੱਥੇ ਬੜੀਆਂ ਤੂਮਤਾਂ ਲਾਈਆਂ ਸਤਿਗੁਰੂ ਪਾਤਸ਼ਾਹ ਦੇ ਉੱਪਰ ਕਿ ਦੇਖੋ ਗੁਰੂ ਅਰਜਨ ਦੇਵ ਸਾਹਿਬ ਜਿਹੜੇ ਨੇ, ਇਹਨਾਂ ਨੇ ਤੁਹਾਡੇ ਪੁੱਤਰ ਖੁਸਰੋ ਨੂੰ ਆਪਣੇ ਕੋਲ ਰੱਖਿਆ, ਆਓ ਭਗਤ ਕੀਤੀ ਤੇ ਉਸ ਨੂੰ ਬਹੁਤ ਸਾਰੀ ਮਾਇਆ ਦੇ ਕਰਕੇ ਵਿਦਾ ਕੀਤਾ, ਬੜਾ ਸਨਮਾਨ ਕੀਤਾ। ਦੇਖੋ ਬਾਦਸ਼ਾਹ ਜੀ, ਤੁਹਾਡੇ ਇਹ ਪ੍ਰਤਿਕੂਲ ਗੁਰੂ ਨੇ ਕੰਮ ਕੀਤਾ ਹੈ। ਦੂਸਰਾ ਜਿਹੜਾ ਇਹਨਾਂ ਨੇ ਗੁਰਬਾਣੀ ਉਚਾਰਨ ਕੀਤੀ, ਉਸ ਗੁਰਬਾਣੀ ਦੇ ਅੰਦਰ ਇਸਲਾਮ ਧਰਮ ਨੂੰ ਨੀਵਾਂ ਜਣਾਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿੱਖੀ ਧਰਮ ਉੱਚਾ ਜਣਾਇਆ ਹੈ। ਇਹ ਵੀ ਝੂਠੀਆਂ ਤੂਮਤਾਂ ਬਾਦਸ਼ਾਹ ਦੇ ਕੋਲ ਕਹੀਆਂ। ਤੀਸਰੀ ਜਿਹੜੀ ਤੂਮਤ ਸਤਿਗੁਰਾਂ ਦੇ ਉੱਪਰ ਲਾਈ, ਕਹਿਣ ਲੱਗਿਆ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਨੇ, ਡਾਕੂ ਧਾੜ ਵੀ ਰੱਖੇ ਨੇ, ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਕੇ ਡਾਕੇ ਮਾਰ ਕੇ ਮਾਇਆ ਇਕੱਠੀ ਕਰਦੇ। ਦੇਖੋ ਕਿੱਡਾ ਸੋਹਣਾ ਹਰਿਮੰਦਰ ਬਣਾ ਲਿਆ, ਸਰੋਵਰ ਪੱਕਿਆਂ ਕੀਤਾ, ਤਰਨ ਤਾਰਨ ਦਾ ਸਰੋਵਰ ਬਣਾ ਕੇ ਦਰਬਾਰ ਸਾਹਿਬ ਬਣਾ ਦਿੱਤਾ। ਇੰਨੀ ਮਾਇਆ ਕਿੱਥੋਂ ਗੁਰਾਂ ਦੇ ਕੋਲ ਆਉਂਦੀ ਹੈ?
ਇਸ ਤਰ੍ਹਾਂ ਦੇ ਜਦੋਂ ਕੱਚੇ ਪਿੱਲੇ ਇਸ ਬਾਦਸ਼ਾਹ ਦੇ ਕੰਨ ਭਰ ਦਿੱਤੇ, ਚੰਦੂ ਨੇ ਅੰਦਰੋਂ ਚਾਹੁੰਦਾ ਸੀ ਬਦਲਾ ਲੈਣਾ ਕਿ ਕਿਸੇ ਬਹਾਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੇ ਵੱਸ ਵਿੱਚ ਲੈ ਕੇ ਤਸੀਹੇ ਦੇਵਾਂ ਤੇ ਢਿੰਗੋ ਜੋਰੀ ਨਾਲ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੋੜ ਦੇਵਾਂ। ਤਾਂ ਉਸ ਵੇਲੇ ਬਾਦਸ਼ਾਹ ਨੇ ਪੁੱਛਿਆ, ਕਹਿੰਦੇ ਦੀਵਾਨ ਚੰਦੂ, ਫਿਰ ਦੱਸੋ ਇਹਦਾ ਇਲਾਜ ਕੀ ਹੋ ਸਕਦਾ? ਕਹਿਣ ਲੱਗਿਆ, ਜੀ ਇਹ ਤੁਹਾਡੇ ਰਾਜ ਵਿੱਚ ਬਗਾਵਤ ਫੈਲ ਜਾਵੇਗੀ। ਜੇ ਗੁਰੂ ਅਰਜਨ ਦੇਵ ਸਾਹਿਬ ਨੂੰ ਨੱਥ ਨਾ ਪਾਈ, ਵਸ ਵਿੱਚ ਨਾ ਕੀਤਾ, ਫਿਰ ਇਹਨੇ ਚਿੱਠੀ ਲਿਖਾ ਦਿੱਤੀ ਕਿ ਗੁਰੂ ਅਰਜਨ ਸਾਹਿਬ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇ। ਛੇਤੀ ਚਿੱਠੀ ਲਿਖੀ ਗਈ, ਅਹਿਦੀਏ ਦੇ ਹੱਥ ਦਿੱਤੀ। ਸਿਪਾਹੀ ਆਏ ਨੇ ਅੰਮ੍ਰਿਤਸਰ, ਪੱਤਰਕਾ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਪੱਤਰਕਾ ਪੜ੍ਹੀ, ਉਹਦੇ ਵਿੱਚ ਲਿਖਿਆ ਹੋਇਆ ਕਿ ਐ ਅਰਜਨ ਸਾਹਿਬ 2 ਲੱਖ ਰੁਪਇਆ ਤੁਹਾਨੂੰ ਜੁਰਮਾਨਾ ਕੀਤਾ ਜਾਂਦਾ, 2 ਲੱਖ ਰੁਪਇਆ ਅਹਿਦੀਏ ਦੇ ਹੱਥ ਵਿੱਚ ਛੇਤੀ ਦਿੱਤਾ ਜਾਵੇ। ਸਤਿਗੁਰਾਂ ਨੇ ਸਤਿਕਾਰ ਕੀਤਾ ਅਹਿਦੀਏ ਦਾ, ਸਿਰੋਂ ਪਾਉ ਦੇ ਕੇ ਰਾਤ ਆਪਣੇ ਕੋਲ ਰੱਖਿਆ, ਦੂਸਰੇ ਦਿਨ ਵਿਦਾ ਕਰ ਦਿੱਤਾ। ਨਾਲ ਬਚਨ ਕੀਤੇ। ਸਤਿਗੁਰੂ ਕਹਿੰਦੇ, ਅਹਿਦੀਏ ਜਿਹੜੇ 2 ਲੱਖ ਦਾ ਜ਼ਿਕਰ ਕੀਤਾ, ਇਹ ਲਾਹੌਰ ਵਿੱਚ ਆ ਕਰਕੇ ਅਸੀਂ ਗੱਲ ਕਰਾਂਗੇ, ਉੱਥੇ ਲੈਣ ਦੇਣ ਕੀਤਾ ਜਾਵੇਗਾ। ਇਧਰੋਂ ਸਤਿਗੁਰੂ ਪਾਤਸ਼ਾਹ ਨੇ ਤਿਆਰੀਆਂ ਕਰ ਲਈਆਂ ਜਾਣ ਦੀਆਂ। ਜਿਹੜੀ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਤ ਦੇ ਸਮੇਂ ਸੁਖ ਆਸਣ ਕੀਤਾ ਜਾਂਦਾ, ਗੁਰਦੁਆਰਾ ਸ੍ਰੀ ਕੋਠਾ ਸਾਹਿਬ ਦੇ ਅੰਦਰ ਇੱਥੇ ਸਤਿਗੁਰੂ ਬੈਠੇ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾਇਆ, ਭਾਈ ਗੁਰਦਾਸ ਸਾਹਿਬ ਜੀ ਨੂੰ ਕੋਲ ਸੱਦਿਆ ਹੈ। ਸਤਿਗੁਰੂ ਪੁੱਛਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ, ਬਾਬਾ ਜੀ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦਾ ਵਜਨ ਚੁੱਕਣ ਦੇ ਯੋਗ ਹੋ ਗਏ ਹਨ? 11 ਸਾਲ ਦੀ ਆਜੂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਤੁਹਾਡੀ ਅੰਸ਼ ਵੰਸ਼ ਹੈ, ਤੁਹਾਡੀ ਜੋਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਹਰ ਤਰ੍ਹਾਂ ਕਰਕੇ ਯੋਗ ਨੇ, ਸਮਰੱਥਾ ਰੱਖਦੇ ਨੇ ਗੁਰਤਾ ਗੱਦੀ ਦੇ ਤਖਤ ਨੂੰ ਸਾਂਭਣ ਦੀ। ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਪ ਉੱਠੇ। ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਠਾ ਸਾਹਿਬ ਵਿਖੇ ਬਿਠਾ ਕੇ 3 ਪਰਿਕਰਮਾ ਸਤਿਗੁਰਾਂ ਨੇ ਮਨ ਬਾਣੀ ਸਰੀਰ ਕਰਕੇ ਕੀਤੀਆਂ। 5 ਪੈਸੇ ਲਏ ਤੇ ਨਾਰੀਅਲ ਲਿਆ ਹੈ ਤੇ ਝੋਲੀ ਵਿੱਚ ਰੱਖ ਕਰਕੇ ਸਤਿਗੁਰਾਂ ਨੇ ਮੱਥਾ ਟੇਕ ਦਿੱਤਾ। ਨਾਲ ਬਚਨ ਕੀਤੇ, ਬਾਬਾ ਬੁੱਢਾ ਸਾਹਿਬ ਜੀ ਉਠੋ, ਜਿਹੜਾ ਤਿਲਕ ਦੇਣ ਦੀ ਐਸੀ ਮਰਜ਼ਾਦਾ ਹੈ ਗੁਰੂ ਨਾਨਕ ਦੇ ਦਰ ਵਿੱਚ, ਜਿਵੇਂ ਸਾਨੂੰ ਤੁਸਾਂ ਨੇ ਤਿਲਕ ਦਿੱਤਾ, ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਦਿਓ। ਬਾਬਾ ਜੀ ਹੈਰਾਨ ਹੋਏ, ਕਹਿਣ ਲੱਗੇ, ਸਤਿਗੁਰੂ ਇਹ ਰਸਮ ਤੇ ਉਸ ਵੇਲੇ ਕਰੀ ਦੀ ਜਿਸ ਵੇਲੇ ਸਤਿਗੁਰੂ 5 ਭੌਤਿਕ ਸਰੀਰ ਤਿਆਗ ਜਾਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਬਾਬਾ ਜੀ ਸਾਰੇ ਕਾਰਨ ਬਣੇ ਹੋਏ ਨੇ, ਲਾਹੌਰ ਚਲੇ ਜਾਣਾ, ਉਥੋਂ ਸਰੀਰ ਕਰਕੇ ਵਾਪਸ ਨਹੀਂ ਆਵਾਂਗੇ। ਫਿਰ ਉਸ ਵੇਲੇ ਕੇਸਰ ਤੇ ਚੰਦਨ ਦਾ ਜਿਹੜਾ ਤਿਲਕ ਸੀ ਬਾਬਾ ਬੁੱਢਾ ਸਾਹਿਬ ਜੀ ਨੇ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੱਥੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੱਢ ਦਿੱਤਾ। ਨਾਲ ਬਚਨ ਕੀਤੇ। ਸਤਿਗੁਰੂ ਕਹਿੰਦੇ, ਦਸਤਾਰਬੰਦੀ ਜਿਹੜੀ ਹੋਵੇਗੀ, ਸਾਡੇ 5 ਭੌਤਿਕ ਸਰੀਰ ਤਿਆਗਣ ਤੋਂ ਬਾਅਦ ਵੱਡਿਆਂ ਸਤਿਗੁਰਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਸੰਗਤਾਂ ਦੇ ਇਕੱਠ ਵਿੱਚ ਇੱਥੇ ਕਰ ਦਿੱਤੀ ਜਾਵੇ। ਸਤਿਗੁਰੂ ਪਾਤਸ਼ਾਹ ਹੁਣ ਲਾਹੌਰ ਨੂੰ ਤੁਰਨ ਲੱਗੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਥਾਪੜਾ ਦਿੱਤਾ, ਪਰਿਵਾਰ ਨੂੰ ਮਿਲੇ ਨੇ, ਸੰਗਤਾਂ ਨਾਲ ਸਤਿਗੁਰਾਂ ਮਿਲਾਪ ਕੀਤਾ। 5 ਸਿੱਖ ਸਤਿਗੁਰਾਂ ਦੇ ਨਾਲ ਚੱਲੇ, ਜਿਨ੍ਹਾਂ ਦੇ ਵਿੱਚ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪ੍ਰਾਣਾ ਜੀ ਤੇ ਭਾਈ ਪੈੜਾ ਜੀ। ਇਹ 5 ਸਿੱਖਾਂ ਨਾਲ ਸਤਿਗੁਰੂ ਲਾਹੌਰ ਪਹੁੰਚੇ ਨੇ। ਸਭ ਤੋਂ ਪਹਿਲਾਂ ਜਾ ਕੇ ਪਿਆਰੇ ਸਿੱਖ ਭਾਈ ਸੱਧੂ ਦੇ ਘਰ ਵਿੱਚ ਆਸਣ ਲਾਇਆ। ਉੱਥੇ ਲਾਹੌਰ ਦੀਆਂ ਇਲਾਕੇ ਦੀਆਂ ਸੰਗਤਾਂ ਸਤਿਗੁਰਾਂ ਨੂੰ ਆ ਕੇ ਮਿਲਦੀਆਂ, ਭਾਵਨਾਵਾਂ ਦੀਆਂ ਅਰਦਾਸਾਂ ਬੇਨਤੀਆਂ ਕਰਦੀਆਂ, ਪਿਆਰ ਕਰਦੀਆਂ ਸੰਗਤਾਂ। ਉੱਥੇ ਬਾਬਾ ਅਰਥਮਲ ਜੀ ਆ ਕੇ ਮਿਲੇ, ਜਿਹੜੇ ਗੁਰੂ ਅਮਰਦਾਸ ਜੀ ਦੇ ਪੋਤਰੇ ਸਨ, ਬਾਬਾ ਮੋਹਰੀ ਜੀ ਦੇ ਸਾਹਿਬਜ਼ਾਦੇ ਪੁੱਤਰ ਸਨ। ਉਹਨਾਂ ਨੂੰ ਸਾਰੀ ਵਾਰਤਾ ਸਤਿਗੁਰਾਂ ਨੇ ਦੱਸੀ। ਬਾਬਾ ਅਰਥਮਲ ਜੀ, ਇੱਥੇ ਲਾਹੌਰ ਵਿੱਚ ਆਏ ਹਾਂ, ਆਹ ਕਾਰਨ ਬਣੇ ਨੇ
ਇਥੋਂ ਹੁਣ 5 ਭੌਤਿਕ ਸਰੀਰ ਕਰਕੇ ਵਾਪਸ ਅੰਮ੍ਰਿਤਸਰ ਨਹੀਂ ਜਾਣਾ ਹੈ। ਇੱਥੇ ਸਰੀਰ ਤਿਆਗ ਦੇਣਾ, ਜੋਤੀ ਜੋਤ ਸਮਾਉਣ ਦੀਆਂ ਸਾਰੀਆਂ ਵਿਧੀਆਂ ਤਿਆਰੀਆਂ ਹੋ ਚੁੱਕੀਆਂ ਨੇ। ਸਤਿਗੁਰੂ ਪਾਤਸ਼ਾਹ ਭਾਈ ਸੱਧੂ ਸਿੱਖ ਦੇ ਘਰ ਵਿੱਚੋਂ ਪਾਲਕੀ ਵਿੱਚ ਸਵਾਰ ਹੋ ਕੇ ਸਿੱਖਾਂ ਦੇ ਮੋਢਿਆਂ ਤੇ ਰਾਵੀ ਦੇ ਕਿਨਾਰੇ ਜਾ ਰਹੇ ਨੇ। ਰਸਤੇ ਦੇ ਵਿੱਚ ਉੱਥੇ ਜਿਹੜਾ ਚੰਦੂ ਦੁਸ਼ਟ ਮਿਲਿਆ, ਉਹਨੇ ਪੁੱਛਿਆ ਸਿੱਖਾਂ ਨੂੰ, ਕਹਿੰਦੇ ਇਹ ਕੌਣ ਪੁਰਖ ਜਾ ਰਿਹਾ ਪਾਲਕੀ ਵਿੱਚ ਬੈਠ ਕੇ? ਸਿੱਖ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਹਨ। ਸੜ ਵੱਲ ਕੇ ਕੋਲੇ ਹੋ ਗਿਆ। ਜਿਸ ਗੁਰੂ ਨੇ ਮੇਰਾ ਹਿਰਦਾ ਕਹਿੰਦਾ ਤਪਾ ਦਿੱਤਾ, ਲੜਕੀ ਦਾ ਰਿਸ਼ਤਾ ਨਾਤਾ ਮੋੜ ਦਿੱਤਾ, ਅੱਜ ਪਾਲਕੀਆਂ ਵਿੱਚ ਬੈਠ ਕੇ ਸੈਰਾਂ ਕਰਦਾ ਫਿਰੇ। ਉਸੇ ਵੇਲੇ ਦੌੜਿਆ ਜਾ ਕਰਕੇ ਬਾਦਸ਼ਾਹ ਦੇ ਕੰਨ ਭਰ ਦਿੱਤੇ। ਕਹਿਣ ਲੱਗਿਆ, ਬਾਦਸ਼ਾਹ ਜਹਾਂਗੀਰ ਜੀ, ਜਿਸ ਗੁਰੂ ਅਰਜਨ ਦੇਵ ਸਾਹਿਬ ਨੂੰ 2 ਲੱਖ ਦਾ ਜੁਰਮਾਨਾ ਕੀਤਾ ਸੀ, ਉਹਨੇ 2 ਲੱਖ ਦੇਣਾ ਤੇ ਬੜੇ ਦੂਰ ਦੀ ਗੱਲ ਹੈ, ਉਹਨੇ ਤੇ ਤੁਹਾਡੇ ਕੋਲ ਆਉਣ ਵਾਸਤੇ ਹੀ ਨਹੀਂ ਸੋਚਿਆ। ਲਾਹੌਰ ਦੇ ਵਿੱਚ ਆਏ ਨੇ, ਸੰਗਤਾਂ ਦੇ ਘਰਾਂ ਵਿੱਚ ਚਰਨ ਪਾਉਂਦੇ ਫਿਰਦੇ, ਪਾਲਕੀਆਂ ਵਿੱਚ ਸਵਾਰੀਆਂ ਦੇ ਆਨੰਦ ਲੈਂਦੇ ਫਿਰਦੇ ਨੇ। ਉਸ ਵੇਲੇ ਫਿਰ ਸਾਧ ਸੰਗਤ ਜੀ ਬਾਦਸ਼ਾਹ ਜਹਾਂਗੀਰ ਦਾ ਹੁਕਮ ਲੈ ਕਰਕੇ ਇਹ ਚੰਦੂ ਦੇ ਸਿਪਾਹੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਰਾਵੀ ਦੇ ਕਿਨਾਰੇ ਤੋਂ ਸਖਤ ਪਹਿਰੇ ਹੇਠ ਬਾਦਸ਼ਾਹ ਦੇ ਦਰਬਾਰ ਵੱਲ ਨੂੰ ਲੈ ਤੁਰਦੇ ਨੇ। ਉਸ ਵੇਲੇ ਜਿਹੜਾ ਪਿਆਰ ਵਾਲਾ ਵਜ਼ੀਰ ਖਾਂ ਸੀ, ਜਿਸ ਦਾ ਜਲੋਧਰ ਦਾ ਰੋਗ ਠੀਕ ਹੋਇਆ ਸੀ, ਸਤਿਗੁਰੂ ਦੀ ਕਿਰਪਾ ਨਾਲ ਇਹ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪੱਕਾ ਨਿਤਨੇਮੀ ਬਣ ਚੁੱਕਿਆ ਸੀ। ਇਹਦੇ ਰਾਹੀਂ ਬਾਦਸ਼ਾਹ ਨੇ ਸੁਨੇਹਾ ਭੇਜਿਆ, ਵਜ਼ੀਰ ਖਾਂ ਤੇਰਾ ਬੜਾ ਪਿਆਰ ਹੈ ਗੁਰੂ ਨਾਲ, ਛੇਤੀ ਜਾ ਕੇ ਬੇਨਤੀ ਕਰਕੇ ਮੇਰੇ ਦਰਬਾਰ ਵਿੱਚ ਗੁਰੂ ਨੂੰ ਲਿਆਂਦਾ ਜਾਵੇ। ਸਤਿਗੁਰੂ ਪਾਤਸ਼ਾਹ ਜੀ ਦਰਬਾਰ ਵਿੱਚ ਆਏ ਨੇ। ਇਸ ਬਾਦਸ਼ਾਹ ਨੇ ਉੱਚਾ ਆਸਣ ਲਵਾਇਆ ਸਤਿਗੁਰਾਂ ਦਾ। ਬਾਦਸ਼ਾਹ ਲੋਕ ਵੀ ਸਿਆਸਤ ਵਰਤਦੇ ਨੇ, ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਹੋਵੇ ਵੀ ਬਾਦਸ਼ਾਹ ਗੁਰੂ ਦਾ ਬੜਾ ਸਤਿਕਾਰ ਕਰਦਾ ਹੈ। ਉੱਚੀ ਜਗ੍ਹਾ ਤੇ ਬਿਠਾ ਕੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਸਵਾਲ ਜਵਾਬ ਸ਼ੁਰੂ ਕਰ ਦਿੱਤੇ। ਪੁੱਛਣਾ ਕੀਤਾ ਕਿ ਤੁਸਾਂ ਨੇ ਜਿਹੜੀ ਪਾਵਨ ਗੁਰਬਾਣੀ ਉਚਾਰਨ ਕੀਤੀ, ਗ੍ਰੰਥ ਸਾਹਿਬ ਬਣਾਏ ਨੇ, ਉਹਦੇ ਵਿੱਚ ਇਸਲਾਮ ਧਰਮ ਦੇ ਬਾਰੇ ਕੀ ਲਿਖਿਆ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਾਦਸ਼ਾਹ ਇਹ ਤੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਧੁਰੋਂ ਨਿਰੰਕਾਰ ਪਰਮਾਤਮਾ ਦੀ ਅਗੰਮੀ ਆਵਾਜ਼ ਜਿਹੜੀ ਆਈ, ਉਹਨੂੰ ਲਿਖਤੀ ਰੂਪ ਦਿੱਤਾ ਗਿਆ। ਤੁਹਾਡੇ ਧਰਮ ਦੇ ਬਾਰੇ ਜੇ ਪੁੱਛਣਾ ਕਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰੂ ਕਹਿੰਦੇ ਇਹ ਬਚਨ ਲਿਖੇ ਨੇ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਜਦੋਂ ਇਹ ਬੋਲ ਸੁਣੇ ਬਾਦਸ਼ਾਹ ਨੇ ਕਿ ਇਸ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਤਾਂ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਹੈ। ਉਸ ਵੇਲੇ ਸਾਧ ਸੰਗਤ ਫਿਰ ਜਿਹੜਾ ਇਹ ਚੰਦੂ ਸੀ, ਇਹਨੇ ਵੇਖਿਆ ਵੀ ਇੱਥੇ ਵੀ ਕੋਈ ਗੱਲ ਨਹੀਂ ਬਣਦੀ ਦਿਸਦੀ। ਫਿਰ ਬਾਦਸ਼ਾਹ ਨੂੰ ਕਹਿਣ ਲੱਗਿਆ, ਬਾਦਸ਼ਾਹ ਜੀ ਹੁਣ ਤੁਸੀਂ ਇਸ ਤਰ੍ਹਾਂ ਕਰੋ, ਦਿੱਲੀ ਨੂੰ ਵਾਪਸ ਚਲੇ ਜਾਵੋ ਤੇ ਮੈਂ ਇਹਨਾਂ ਦੇ ਕੋਲੋਂ 2 ਲੱਖ ਜਿਹੜਾ ਰੁਪਇਆ ਲੈਣਾ ਲੈ ਕੇ ਵਾਪਸ ਆ ਜਾਵਾਂਗਾ। ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਬਾਦਸ਼ਾਹ ਇੱਕ ਪਾਸੇ ਸੱਚਾ ਹੋਣਾ ਚਾਹੁੰਦਾ, ਪਰੰਤੂ ਕਦੋਂ ਇਹ ਹੋ ਸਕਦਾ ਬਾਦਸ਼ਾਹ ਦੇ ਹੁਕਮ ਤੋਂ ਬਿਨਾਂ ਉਹਦਾ ਵਜ਼ੀਰ, ਉਹਦਾ ਦੀਵਾਨ ਕਿਸੇ ਦਾ ਕੋਈ ਕਤਲ ਕਰ ਦੇਵੇ, ਕਿਸੇ ਨੂੰ ਖਤਮ ਕਰ ਦੇਵੇ। ਬਾਦਸ਼ਾਹ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਿਆ ਕਰਦਾ। ਇਹ ਜਹਾਂਗੀਰ ਇੱਥੋਂ ਦਿੱਲੀ ਨੂੰ ਵਾਪਸ ਮੁੜ ਗਿਆ। ਜਿਹਨੇ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਠੰਡੇ ਇਲਾਕਿਆਂ 'ਚ ਜਾਣਾ ਸੀ, ਦਿੱਲੀ ਨੂੰ ਵਾਪਸ ਚਲਿਆ ਗਿਆ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਦੋਂ ਸ਼ਾਮਾਂ ਪੈ ਗਈਆਂ, ਇਹ ਚੰਦੂ ਸਾਖਤ ਪਹਿਰੇ ਦੇ ਹੇਠ ਆਪਣੀ ਹਵੇਲੀ ਵਿੱਚ ਲੈ ਗਿਆ। ਹਵੇਲੀ ਦਾ ਵੱਡਾ ਜਿਹੜਾ ਦਰਵਾਜ਼ਾ ਖੋਲ੍ਹਿਆ, ਸਤਿਗੁਰੂ ਪਾਤਸ਼ਾਹ ਅੰਦਰ ਪ੍ਰਵੇਸ਼ ਕੀਤੇ ਨੇ। 5 ਸਿੱਖ ਹਵੇਲੀ ਦਾ ਵੱਡਾ ਦਰਵਾਜ਼ਾ ਲੰਘ ਕੇ ਅੰਦਰ ਪਹੁੰਚ ਗਏ। 5 ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਤੋਂ ਅਲੱਗ ਕਰ ਦਿੱਤਾ। ਡਿਓੜੀ ਵਿੱਚ ਜਿਹੜੇ ਕਮਰੇ ਬਣੇ ਹੋਏ ਸੀ ਹਵੇਲੀ ਦੇ, ਉਹਦੇ ਵਿੱਚ 5 ਸਿੱਖਾਂ ਦਾ ਉਤਾਰਾ ਕਰਵਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਨੂੰ ਅੰਦਰ ਵਿਹੜੇ ਵਿੱਚ ਲੈ ਗਿਆ।
ਉੱਥੇ ਸਤਿਗੁਰੂ ਪਾਤਸ਼ਾਹ ਨੂੰ ਸਾਰੀ ਰਾਤ ਰੱਖਿਆ ਗਿਆ, ਸਖਤ ਪਹਿਰਾ ਲੱਗਿਆ ਹੋਇਆ। ਚੰਦੂ ਗਿਆ ਆਪਣੇ ਘਰ ਵਿੱਚ, ਇਹਨੇ ਆਰਾਮ ਕੀਤਾ ਤੇ ਅੰਮ੍ਰਿਤ ਵੇਲੇ ਉੱਠ ਕਰਕੇ ਸਵਖਤੇ ਸਤਿਗੁਰਾਂ ਕੋਲ ਪਹੁੰਚ ਗਿਆ। ਆ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਿਆ, ਐ ਅਰਜਨ ਸਾਹਿਬ, ਮੇਰੀ ਲੜਕੀ ਦਾ ਰਿਸ਼ਤਾ ਨਾਤਾ ਪ੍ਰਵਾਨ ਕਰ ਲਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚੰਦੂ ਤੇਰੇ ਮਨ ਵਿੱਚ ਭੁਲੇਖਾ ਹੈ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਸੰਗਤ ਵਿੱਚ ਪਰਮਾਤਮਾ ਵਸਦਾ, ਸੰਗਤ ਦਾ ਜਿਹੜਾ ਹੁਕਮ ਹੈ ਉਹ ਸਾਨੂੰ ਸਿਰ ਮਸਤਕ ਪ੍ਰਵਾਨ ਹੈ। ਕਦਾ ਚਿਤ ਵੀ ਇਹ ਰਿਸ਼ਤਾ ਨਾਤਾ ਗੁਰੂ ਨਾਨਕ ਦੇ ਦਰ ਵਿੱਚ ਨਹੀਂ ਪ੍ਰਵਾਨਿਆ ਜਾਵੇਗਾ। ਕਹਿਣ ਲੱਗਿਆ, ਤੁਸੀਂ ਜਾਣਦੇ ਨਹੀਂ ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੈਂ ਤੁਹਾਨੂੰ ਬੜੇ ਤਸੀਹੇ ਦੇਵਾਂਗਾ, ਤੁਹਾਨੂੰ ਖਤਮ ਕਰ ਦਿਆਂਗਾ। ਨਹੀਂ, ਤੁਹਾਡੀ ਜਿੰਦ ਜੇ ਬਚਾਉਣੀ ਹੈ ਤੁਸਾਂ ਨੇ, ਇਹ ਰਿਸ਼ਤਾ ਨਾਤਾ ਪ੍ਰਵਾਨ ਕਰੋ। ਸਤਿਗੁਰੂ ਪਾਤਸ਼ਾਹ ਨੇ ਜਵਾਬ ਦੇ ਦਿੱਤਾ। ਫਿਰ ਇਸ ਜ਼ਾਲਮ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਗਰਮ ਜਿਹੜਾ ਸੀ ਪਾਣੀ ਉਬਾਲ ਕਰਕੇ ਦੇਗ ਦੇ ਵਿੱਚ ਬੈਠਣ ਵਾਸਤੇ ਜਦੋਂ ਕਿਹਾ, ਸਿਪਾਹੀਆਂ ਨੂੰ ਕਿਹਾ ਸੀ ਸਤਿਗੁਰੂ ਦਾ ਸਰੀਰ ਚੁੱਕ ਕਰਕੇ ਉਬਲਦੀ ਦੇਗ ਵਿੱਚ ਰੱਖਿਆ ਜਾਵੇ। ਸਤਿਗੁਰੂ ਕਹਿੰਦੇ, ਚੰਦੂ ਐਸੀ ਤੈਨੂੰ ਖੇਚਲ ਕਰਨ ਦੀ ਲੋੜ ਨਹੀਂ, ਅਸੀਂ ਇਸੇ ਵਾਸਤੇ ਚੱਲ ਕੇ ਅੰਮ੍ਰਿਤਸਰ ਤੋਂ ਆਏ ਹਾਂ। ਆਪ ਸਤਿਗੁਰੂ ਪਾਤਸ਼ਾਹ ਚਰਨਾਂ ਨਾਲ ਚੱਲ ਕੇ ਜਦੋਂ ਉਬਲਦੀ ਦੇਗ ਵੱਲ ਨੂੰ ਜਾਣ ਲੱਗੇ, ਪੰਜੇ ਸਿੱਖ ਨੇਤਰਾਂ ਨਾਲ ਵੇਖਦੇ ਧਾਹਾਂ ਨਿਕਲ ਗਈਆਂ। ਭਾਈ ਪੁਰਾਣਾ ਜੀ ਦੌੜੇ ਨੇ ਬੜੀ ਛੇਤੀ ਨਾਲ ਸਤਿਗੁਰੂ ਪਾਤਸ਼ਾਹ ਨੂੰ ਰੋਕ ਲਵਾਂ, ਮਹਾਰਾਜ ਉਬਲਦੇ ਪਾਣੀ ਵਿੱਚ ਕਿਸ ਵਾਸਤੇ ਬੈਠਣਾ ਹੈ। ਤਾਂ ਭਾਈ ਪੁਰਾਣਾ ਜੀ ਨੂੰ ਸਿਪਾਹੀਆਂ ਨੇ ਪਕੜ ਲਿਆ, ਹੱਥਾਂ ਪੈਰਾਂ ਤੇ ਡੰਡਿਆਂ ਦੀ ਮਾਰ ਕੀਤੀ, ਰੱਸਿਆਂ ਨਾਲ ਬੰਨ੍ਹ ਦਿੱਤੇ ਗੁਰਸਿੱਖ। ਭਾਈ ਪੁਰਾਣਾ ਜੀ ਕਹਿੰਦੇ, ਸਤਿਗੁਰੂ ਜੇ ਹੁਕਮ ਕਰੋ ਦਿੱਲੀ ਲਾਹੌਰ ਦੀ ਟੱਕਰ ਲਗਵਾ ਦਿਆਂ, ਇਹ ਚੰਦੂ ਨੂੰ ਖਤਮ ਕਰ ਦਿਆਂ, ਬਾਦਸ਼ਾਹ ਦੀ ਬਾਦਸ਼ਾਹੀ ਗਰਕ ਕਰ ਦਿਆਂ। ਸਤਿਗੁਰੂ ਕਹਿੰਦੇ, ਭਾਈ ਪੁਰਾਣਾ ਜੀ ਇਹ ਪਰਮੇਸ਼ਰ ਦਾ ਹੁਕਮ ਹੈ, ਪਰਮਾਤਮਾ ਦਾ ਭਾਣਾ ਹੈ, ਇੰਨੀ ਸ਼ਕਤੀ ਕਿੱਥੋਂ ਤੂੰ ਲੈ ਲਈ। ਕਹਿੰਦੇ, ਸਤਿਗੁਰੂ ਤੁਹਾਡੀ ਸੰਗਤ ਕਰਕੇ, ਤੁਹਾਡੀ ਸੇਵਾ ਕਰਕੇ। ਸਤਿਗੁਰੂ ਕਹਿੰਦੇ, ਅਜਰ ਸ਼ਕਤੀ ਨੂੰ ਜਰ ਕੇ ਰੱਖੋ। ਆਪ ਸਤਿਗੁਰੂ ਪਾਤਸ਼ਾਹ ਉਬਲਦੀ ਹੋਈ ਦੇਗ ਵਿੱਚ ਬੈਠੇ ਨੇ। ਸਰੀਰ ਸਤਿਗੁਰਾਂ ਦਾ ਆਲੂਆਂ ਦੇ ਵਾਂਗ ਉਬਾਲਿਆ ਗਿਆ ਤੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਰਸਨਾ ਤੋਂ ਸਤਿਗੁਰੂ ਪਾਵਨ ਜਿਹੜੇ ਸ਼ਬਦ ਉਚਾਰਦੇ ਨੇ, ਗੁਰਸਿੱਖਾਂ ਦੇ ਨੇਤਰਾਂ ਦੇ ਸਾਹਮਣੇ ਸਤਿਗੁਰਾਂ ਨੂੰ ਤਸੀਹੇ ਦਿੰਦਾ ਜ਼ਾਲਮ। ਜਿੰਨੀ ਦੇਰ ਸਤਿਗੁਰੂ ਪਾਤਸ਼ਾਹ ਜੀ ਉਬਲਦੀ ਦੇਗ ਵਿੱਚ ਬੈਠੇ ਨੇ, ਨੇਤਰ ਬੰਦ ਕਰਕੇ ਸਮਾਧੀ ਵਿੱਚ ਨੇ, ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਜਾ ਤੇ ਸਤਿਗੁਰੂ ਬੈਠੇ ਹੋਣ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪਹਿਲੇ ਦਿਨ ਦੇ ਜਿਹੜੇ ਤਸੀਹੇ ਸਨ, ਉਬਲਦੀ ਹੋਈ ਦੇਗ ਦੇ ਵਿੱਚ ਬੈਠ ਕਰਕੇ ਝੱਲਣਾ ਕੀਤੇ। ਦੇਗ ਦੇ ਵਿੱਚੋਂ ਸਤਿਗੁਰਾਂ ਨੂੰ ਬਾਹਰ ਕੱਢਿਆ ਗਿਆ। ਫਿਰ ਮਨਾਉਂਦਾ ਹੈ। ਸਤਿਗੁਰੂ ਕਹਿੰਦੇ, ਹਾਲੇ ਤੇਰੇ ਮਨ ਦੀ ਤਸੱਲੀ ਨਹੀਂ ਹੋਈ। ਜੋ ਬਚਨ ਕਹਿ ਦਿੱਤਾ, ਸੂਰ ਬੀਰ ਬਚਨ ਕੇ ਬਲੀ ਹੁੰਦੇ ਨੇ, ਕਦਾ ਚਿਤ ਵੀ ਰਿਸ਼ਤਾ ਨਾਤਾ ਨਹੀਂ ਪ੍ਰਵਾਨਿਆ ਜਾਵੇਗਾ। ਇਹ ਸ਼ਾਮ ਨੂੰ ਆਪਣੇ ਘਰੇ ਚਲਿਆ ਗਿਆ। ਰਾਤ ਦੇ ਵਕਤ ਚੰਦੂ ਦੇ ਘਰ ਅੰਦਰ ਇਹਦੇ ਪੁੱਤਰ ਕਰਮਚੰਦ ਦੇ ਨਾਲ ਜਿਹੜੀ ਵਿਆਹੀ ਹੋਈ ਬੱਚੀ ਸੀ, ਉਹ ਕਿਸੇ ਗੁਰਸਿੱਖ ਦੀ ਪੁੱਤਰੀ ਸੀ। ਉਹਨੂੰ ਪਤਾ ਲੱਗਿਆ ਮੇਰੇ ਸਹੁਰੇ ਘਰ ਦੇ ਅੰਦਰ ਮੇਰਾ ਸਹੁਰਾ ਚੰਦੂ ਸਤਿਗੁਰਾਂ ਨੂੰ ਤਸੀਹੇ ਦਿੰਦਾ, ਜਿਸ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਭੌਰਾ ਸਿੱਖ ਮੇਰਾ ਪੇਕਾ ਪਰਿਵਾਰ ਹੈ। ਜਿਸ ਗੁਰੂ ਦੇ ਕੋਲੋਂ ਸਿੱਖੀ ਧਾਰਨ ਕੀਤੀ, ਜਿਸ ਗੁਰੂ ਦੇ ਕੋਲੋਂ ਨਾਮ ਅਸੀਂ ਸ਼ਰਵਣ ਕੀਤਾ ਹੈ, ਉਸ ਗੁਰੂ ਨੂੰ ਘਰ ਵਿੱਚ ਤਸੀਹੇ ਦਿੱਤੇ ਜਾਂਦੇ ਹੋਣ। ਉਹਨੇ ਆਪਣੇ ਸਹੁਰੇ ਪਰਿਵਾਰ ਤੋਂ ਚੋਰੀ ਮਿੱਠਾ ਘੋਲ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵਾਸਤੇ ਮਿੱਠਾ ਜਲ ਲੈ ਕੇ ਆਈ ਹੈ। ਜਦੋਂ ਦਰਵਾਜ਼ੇ ਤੇ ਆਈ, ਸਿਪਾਹੀ ਰੋਕਦੇ ਨੇ, ਗਹਿਣੇ ਉਤਾਰ ਕਰਕੇ ਸਿਪਾਹੀਆਂ ਨੂੰ ਰਿਸ਼ਵਤ ਦਿੱਤੀ ਤੇ ਅੰਦਰ ਚਲੀ ਗਈ। ਸਤਿਗੁਰੂ ਪਾਤਸ਼ਾਹ ਨੂੰ ਜਦੋਂ ਜਾ ਕੇ ਮੱਥਾ ਟੇਕਿਆ ਤੇ ਨੇਤਰਾਂ ਚੋਂ ਬਰਾਗ ਦੇ ਆਂਸੂ ਡਿੱਗੇ। ਸਤਿਗੁਰੂ, ਮੇਰੇ ਸਹੁਰੇ ਘਰ ਦੇ ਅੰਦਰ ਆਪ ਜੀ ਨੂੰ ਇੰਨੇ ਕਸ਼ਟ ਤਸੀਹੇ ਦਿੱਤੇ ਜਾਂਦੇ ਹੋਣ, ਮੈਂ ਕਿਵੇਂ ਜੀਵਤ ਰਹਿ ਸਕਦੀ ਹਾਂ? ਮੈਂ ਆਪ ਜੀ ਦੀ ਸੇਵਾ ਲਈ ਮਿੱਠਾ ਜਲ ਲੈ ਕੇ ਆਈ ਹਾਂ। ਸਤਿਗੁਰੂ ਕਹਿੰਦੇ, ਪੁੱਤਰੀ ਇਹ ਤਾਂ ਹੋਣਹਾਰ ਹੈ, ਪਰਮਾਤਮਾ ਦਾ ਭਾਣਾ ਐਸਾ ਹੈ। ਇਹ ਜਿਹੜਾ ਜਲ ਲੈ ਕੇ ਆਈ, ਇਸ ਦੁਸ਼ਟ ਪਾਪੀ ਦੇ ਘਰ ਦਾ ਇੱਕ ਤਬਕਾ ਵੀ ਆਪਣੀ ਰਸਨਾ ਨਾਲ ਨਹੀਂ ਲਾਵਾਂਗੇ। ਤੇ ਬਾਕੀ ਸਤਿਗੁਰੂ ਪਾਤਸ਼ਾਹ ਕਹਿੰਦੇ, ਤੂੰ ਨਿਸ਼ਚਿੰਤ ਹੋ ਜਾ,
ਤੇ ਤੇਰਾ ਵੀ ਇਸ ਘਰ ਦੇ ਅੰਦਰ ਰਹਿਣਾ ਯੋਗ ਨਹੀਂ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਵਾਪਸ ਗਈ। ਰਾਤ ਗੁਜ਼ਰਦੀ ਹੈ, ਦੂਸਰਾ ਦਿਨ ਚੜ੍ਹਦਾ, ਸਵਖਤੇ ਚੰਦੂ ਆਉਂਦਾ ਹੈ। ਗੁਰਸਿੱਖਾਂ ਤੇ ਪਹਿਲਾਂ ਮਾਰ ਕੁਟਾਈ ਕਰਵਾਉਂਦਾ, ਸਿੱਖਾਂ ਨੂੰ ਸਜ਼ਾਵਾਂ ਦਿੰਦਾ, ਕਹਿੰਦਾ ਕੱਲ ਤੁਸੀਂ ਕੀ ਬੋਲਦੇ ਪਏ ਸੀ, ਚੰਦੂ ਦੀਆਂ ਜੜ੍ਹਾਂ ਜਿਹੜੀਆਂ ਖਤਮ ਕਰ ਦਿਆਂਗੇ, ਲਾਹੌਰ ਤੇ ਦਿੱਲੀ ਦੀ ਟੱਕਰ ਲਗਵਾ ਦਿਆਂਗੇ। ਮੈਂ ਦੇਖਦਾ ਤੁਹਾਡੀਆਂ ਸ਼ਕਤੀਆਂ ਕਿੱਥੇ ਨੇ। ਗੁਰਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਭੈ ਵਿੱਚ ਬੰਨੇ ਹੋਏ ਕੁੱਟਮਾਰ ਖਾਂਦੇ ਨੇ। ਤੇ ਜਦੋਂ ਸਤਿਗੁਰਾਂ ਕੋਲ ਪਹੁੰਚਿਆ, ਅੱਜ ਦੂਸਰਾ ਇਹਨੇ ਐਲਾਨ ਕੀ ਕੀਤਾ, ਭੱਠ ਦੇ ਵਿੱਚੋਂ ਗਰਮ ਰੇਤਾ ਮੰਗਾਇਆ ਜਾਵੇ। ਧਰਤੀ ਦੇ ਉੱਤੇ ਗਰਮ ਰੇਤਾ ਵਿਛਾ ਕੇ ਉੱਪਰੋਂ ਜੇਠ ਦੇ ਮਹੀਨੇ ਦਾ ਸੂਰਜ ਤਪਦਾ, ਲੋਆਂ ਵਗਦੀਆਂ ਨੇ। ਧਰਤੀ ਤੇ ਰੇਤਾ ਵਿਛਾ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਗਰਮ ਰੇਤੇ ਤੇ ਚੌਂਕੜੇ ਲਗਵਾ ਦਿੱਤੇ। ਸਤਿਗੁਰੂ ਪਾਤਸ਼ਾਹ ਦੇ ਫਿਰ ਸੀਸ ਦੇ ਵਿੱਚ ਗਰਮ ਰੇਤ ਪਾਇਆ। ਤਨ ਦੇ ਉੱਤੇ ਜਦੋਂ ਰੇਤਾ ਆ ਕਰਕੇ ਡਿੱਗਦਾ ਤੇ ਤਨ ਦੀ ਜਿਹੜੀ ਚਮੜੀ ਹੈ ਸਾਰੀ ਛਾਲੇ ਛਾਲੇ ਸਰੀਰ ਹੋਇਆ ਪਿਆ, ਕਿਉਂਕਿ ਪਾਣੀ ਵਿੱਚ ਉਬਾਲਿਆ ਗਿਆ। ਸਤਿਗੁਰੂ ਪਾਤਸ਼ਾਹ ਨੂੰ ਜਿਹੜੇ ਛਾਲੇ ਬਣੇ ਹੋਏ ਸਨ, ਜਦੋਂ ਗਰਮ ਰੇਤ ਦੇ ਕਿਣਕੇ ਲੱਗਦੇ ਨੇ, ਛਾਲੇ ਟੁੱਟਦੇ ਨੇ, ਛਾਲਿਆਂ ਚੋਂ ਪਾਣੀ ਸਿਮਦਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਅਡੋਲ ਬੈਠੇ ਨੇ। ਸਾਈਂ ਮੀਆਂ ਮੀਰ ਜੀ ਵਰਗੇ ਦਰਸ਼ਨ ਕਰਨ ਵਾਸਤੇ ਆਏ, ਜਿਹੜੇ ਮਹਾਨ ਸ਼ਕਤੀਆਂ ਵਾਲੇ ਪੀਰ ਸਨ, ਤੇ ਸਤਿਗੁਰਾਂ ਨੂੰ ਵੇਖ ਕੇ ਸਾਈਂ ਮੀਆਂ ਮੀਰ ਦੀਆਂ ਧਾਹਾਂ ਨਿਕਲ ਗਈਆਂ। ਸਤਿਗੁਰੂ ਪਾਤਸ਼ਾਹ ਆਪ ਜੀ ਨੂੰ ਇੱਕ ਬਾਦਸ਼ਾਹ ਦਾ ਦੀਵਾਨ ਏਡੀ ਵੱਡੀ ਸਜ਼ਾ ਦੇਵੇ, ਇਹਨੂੰ ਕੀ ਅਧਿਕਾਰ ਹੈ? ਮੈਨੂੰ ਹੁਕਮ ਕਰੋ, ਮੈਂ ਸਾਰਾ ਕੁਝ ਹੀ ਗਰਕ ਕਰ ਦਿਆਂ। ਸਤਿਗੁਰੂ ਕਹਿੰਦੇ, ਸਾਈਂ ਜੀ ਉੱਪਰ ਵੇਖੋ। ਜਦੋਂ ਅਸਮਾਨ ਦੇ ਵੱਲ ਵੇਖਿਆ, 33 ਕਰੋੜ ਦੇਵੀ ਦੇਵਤਾ, 99 ਕਰੋੜ ਦੁਰਗਾ ਸਾਰੀਆਂ ਖੜੀਆਂ ਨੇ ਹੱਥ ਜੋੜ ਕੇ। ਸਾਰੀਆਂ ਗੈਵੀ ਸ਼ਕਤੀਆਂ, 52 ਵੀਰ ਖੜੇ ਨੇ, 84 ਸਿੱਧ ਖੜੇ ਨੇ। ਸਤਿਗੁਰੂ ਪਾਤਸ਼ਾਹ ਇਸ਼ਾਰਾ ਹੀ ਕਰ ਦਿਓ, ਸਭ ਕੁਝ ਹੀ ਗਰਕ ਕਰਕੇ ਦੁਸ਼ਟਾਂ ਦਾ ਰੱਖ ਦਿਆਂਗੇ। ਸਤਿਗੁਰੂ ਜੀ ਕਹਿੰਦੇ, ਸਾਈਂ ਮੀਆਂ ਮੀਰ ਜੀ, ਪਰਮਾਤਮਾ ਦੇ ਭਾਣੇ ਵਿੱਚ ਰਾਜੀ ਰਹਿਣਾ, ਇਸੇ ਤਰ੍ਹਾਂ ਭਾਣਾ ਹੈ ਪਰਮਾਤਮਾ ਦਾ। ਸਤਿਗੁਰਾਂ ਨੂੰ ਦੂਸਰੇ ਦਿਨ ਦੇ ਕਸ਼ਟ ਤਸੀਹੇ ਦਿੱਤੇ ਜ਼ਾਲਮ ਨੇ। ਸ਼ਾਮ ਨੂੰ ਫਿਰ ਘਰੇ ਜਾਂਦਾ। ਤੀਜੇ ਦਿਨ ਦਾ ਜਿਹੜਾ ਸਤਿਗੁਰੂ ਪਾਤਸ਼ਾਹ ਨੂੰ ਇਹਨੇ ਕਸ਼ਟ ਦਿੱਤਾ ਹੈ, ਆ ਕਰਕੇ ਕਹਿਣ ਲੱਗਿਆ, ਅੱਜ ਅਰਜਨ ਸਾਹਿਬ ਉਹ ਤਸੀਹੇ ਤੁਹਾਨੂੰ ਦੇਵਾਂਗਾ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੋਣੇ। ਇਹਨੇ ਫਿਰ ਜਿਹੜੀ ਲੋਹ ਸੀ ਉਹਦੇ ਹੇਠਾਂ ਅੱਗ ਬਾਲ ਕਰਕੇ ਲੋਹੇ ਦੀ ਜਿਹੜੀ ਲੋਹ ਹੈ ਤਾਂਬੇ ਵਾਂਗ ਲਾਲ ਕਰਵਾ ਲਈ। ਕਹਿਣ ਲੱਗਿਆ, ਅਰਜਨ ਸਾਹਿਬ ਇਸ ਲੋਹ ਦੇ ਉੱਤੇ ਖੜੇ ਹੋਣਾ ਹੈ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਚੰਦੂ, ਇਸੇ ਵਾਸਤੇ ਅਸੀਂ ਆਏ ਹਾਂ ਤੇਰੇ ਕੋਲ। ਗੁਰਸਿੱਖਾਂ ਦੀਆਂ ਧਾਹਾਂ ਨਿਕਲਦੀਆਂ, ਕੋਈ ਜ਼ੋਰ ਨਹੀਂ ਚੱਲਦਾ। ਕਮਰਿਆਂ ਵਿੱਚ ਬੰਦ ਕੀਤੇ, ਹੱਥ ਪੈਰ ਰੱਸਿਆਂ ਦੇ ਨਾਲ ਨੂੜੇ ਹੋਏ ਨੇ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਤੀ ਤਵੀ ਦੇ ਉੱਪਰ ਆ ਕੇ ਚਰਨਾਂ ਦੇ ਭਾਰ ਖੜੇ ਹੋਏ ਨੇ, ਹੇਠਾਂ ਹੋਰ ਮੋਟੇ ਮੋਟੇ ਲੱਕੜਾਂ ਦੇ ਮੁੱਢ ਬਾਲ ਕਰਕੇ ਅੱਗ ਦੀਆਂ ਲਾਟਾਂ ਤੇਜ਼ ਕੀਤੀਆਂ। ਸਤਿਗੁਰਾਂ ਦੇ ਚਰਨਾਂ ਦੀਆਂ ਤਲੀਆਂ ਦਾ ਮਾਸ ਸਾਰਾ ਸੜ ਚੁੱਕਿਆ ਹੈ। ਸਰੀਰ ਦੀ ਚਰਬੀ ਜਿਹੜੀ ਗਰਮੀ ਨਾਲ ਢਲ ਕਰਕੇ ਤਵੀ ਤੇ ਡਿੱਗਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੇ ਅਕਾਲ ਪੁਰਖ ਪਰਮਾਤਮਾ, ਤੇਰਾ ਭਾਣਾ ਮੈਨੂੰ ਮਿੱਠਾ ਲੱਗ ਰਿਹਾ ਹੈ। ਸਤਿਗੁਰੂ ਪਾਤਸ਼ਾਹ ਗੁਰਦੇਵ ਨੂੰ ਜਦੋਂ ਤੱਤੀ ਤਵੀ ਦੇ ਉੱਪਰ ਖੜਿਆਂ ਕਰਕੇ ਜ਼ਾਲਮ ਨੇ ਮਹਾਨ ਕਸ਼ਟ ਦਿੱਤੇ, ਤਸੀਹੇ ਦਿੱਤੇ, ਤੇ ਸਤਿਗੁਰੂ ਪਾਤਸ਼ਾਹ ਅਡੋਲ ਰਹੇ। ਤਾਂ ਤਵੀ ਤੋਂ ਹੇਠਾਂ ਲਾਹਿਆ ਗਿਆ। ਕਹਿਣ ਲੱਗਿਆ, ਹਾਲੇ ਵੀ ਅਰਜਨ ਸਾਹਿਬ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ। ਹੁਣ ਕੱਲ ਦੀ ਜਿਹੜੀ ਸਜ਼ਾ ਉਹ ਇਸ ਤੋਂ ਮਹਾਨ ਦਿਆਂਗਾ। ਕੱਲ ਦੀ ਸਜ਼ਾ ਕੀ ਹੋਵੇਗੀ? ਕੱਲ ਦੀ ਸਜ਼ਾ ਇੱਕ ਮਰੀ ਹੋਈ ਗਊ ਦੀ ਜਿਹੜੀ ਚਮੜੀ ਹੈ, ਉਹਦੀ ਖੱਲ ਹੈ, ਉਹ ਤਾਰ ਕਰਕੇ ਮੰਗਾਵਾਂਗਾ। ਉਸ ਗਊ ਦੀ ਖੱਲ ਵਿੱਚ ਤੁਹਾਡਾ ਸਰੀਰ ਮੜ ਕੇ ਧੁੱਪੇ ਰੱਖ ਦਿਆਂਗਾ। ਜਿਵੇਂ ਜਿਵੇਂ ਉਹ ਖੱਲ ਸੁੱਕਦੀ ਜਾਵੇਗੀ, ਸੁੰਗੜਦੀ ਜਾਵੇਗੀ, ਤਿਵੇਂ ਤਿਵੇਂ ਤੁਹਾਡਾ ਸਰੀਰ ਉਹਦੇ ਵਿੱਚ ਘੁੱਟਿਆ ਜਾਵੇਗਾ ਤੇ ਸਾਹ ਬੰਦ ਹੋ ਕਰਕੇ ਤੁਹਾਡੇ ਸਰੀਰ ਦਾ ਅੰਤ ਕਰਾਂਗਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਡੋਲ ਬੈਠੇ ਨੇ। ਰਾਤ ਬਸਰ ਹੋਈ। ਅੱਜ ਦਾ ਜਿਹੜਾ ਦਿਹਾੜਾ ਹੈ 1663 ਬਿਕਰਮੀ ਜੇਠ ਸੁਦੀ ਚੌਦ,
ਜੇਠ ਸੁਦੀ ਜਿਹੜੀ ਚੌਥ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਅੱਜ ਦੇ ਦਿਹਾੜੇ ਫਿਰ ਚੰਦੂ ਆ ਕੇ ਸਵਖਤੇ ਮਿਲਦਾ ਹੈ। ਵਿਹੜੇ ਵਿੱਚ ਬੈਠੇ ਸਤਿਗੁਰੂ ਪਾਤਸ਼ਾਹ ਜੀ ਦੇ ਵਾਸਤੇ ਆਪਣੇ ਨੌਕਰ ਵੀ ਤੇਰਾ ਰਿਸ਼ਤਾ ਨਾਤਾ ਨਹੀਂ ਪਰਵਾਨਿਆ ਜਾਵੇਗਾ। ਤੁਹਾਡੀ ਕੋਈ ਇੱਛਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਰਾਵੀ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ ਲੋਚਦੇ ਹਾਂ। ਪਤਾ ਹੈ ਵੀ ਪੰਜ ਭੌਤਿਕ ਸਰੀਰ ਜਿਹੜਾ ਤਿਆਗਿਆ ਜਾਣਾ, ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਕਿਹਾ ਕਿ ਪੰਜੇ ਸਿੱਖ ਸਾਡੇ ਨਾਲ ਜਾਣਗੇ। ਚੰਦੂ ਨੇ ਕਹਿ ਦਿੱਤਾ, ਮਨ ਵਿੱਚ ਸੋਚਦਾ ਵੀ ਹੁਣ ਸਰੀਰ ਨੂੰ ਬਹੁਤਾ ਜਿਹੜਾ ਤਾਪ ਲੱਗਿਆ ਹੈ, ਬੜਾ ਸਰੀਰ ਤਪਦਾ ਹੈ ਸੇਕ ਨਾਲ, ਹੁਣ ਇਸ਼ਨਾਨ ਕਰਨਾ ਲੋਚਦੇ, ਸ਼ਾਂਤੀ ਮੰਗਦੇ ਨੇ, ਤੇ ਜਦੋਂ ਸਰੀਰ ਸ਼ਾਂਤ ਹੋ ਜਾਵੇਗਾ ਫਿਰ ਆ ਕੇ ਰਿਸ਼ਤਾ ਨਾਤਾ ਇਹ ਮੰਨ ਜਾਣਗੇ। ਪੰਜੇ ਸਿੱਖ ਸਤਿਗੁਰਾਂ ਨਾਲ ਚੱਲਣ ਵਾਸਤੇ ਤਿਆਰ ਹੋਏ ਤੇ ਸਾਖਤ ਪਹਿਰੇ ਦੇ ਹੇਠਾਂ ਸਿਪਾਹੀ ਲਾ ਦਿੱਤੇ ਗਏ। ਕਿਸੇ ਨਾਲ ਗੁਰੂ ਅਰਜਨ ਸਾਹਿਬ ਦੀ ਗੱਲਬਾਤ ਨਹੀਂ ਕਰਨ ਦੇਣੀ, ਰਸਤੇ ਵਿੱਚ ਕਿਸੇ ਨੂੰ ਨੇੜੇ ਹੋ ਕੇ ਮਿਲਣ ਨਹੀਂ ਦੇਣਾ, ਕਿਸੇ ਦੇ ਨਾਲ ਕੋਈ ਵਿਚਾਰ ਨਾ ਕਰਨ ਦਿਓ, ਛੇਤੀ ਵਾਪਸ ਇਸ਼ਨਾਨ ਕਰਵਾ ਕੇ ਲੈ ਆਇਓ। ਮਗਰਲੇ ਪਾਸੇ ਜਿਹੜੀ ਹਵੇਲੀ ਦਾ ਇਹਦਾ ਛੋਟਾ ਦਰਵਾਜ਼ਾ ਮੋਰੀ ਸੀ, ਜਿਹੜੀ ਰਾਵੀ ਵਾਲੇ ਪਾਸੇ ਨੂੰ ਨਿਕਲਦੀ, ਉਹ ਖੋਲ੍ਹ ਕਰਕੇ ਮਗਰਲੇ ਪਾਸੇ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਾਹਰ ਕੱਢਿਆ ਗਿਆ। ਸਾਖਤ ਪਹਿਰਾ ਲੱਗਿਆ ਹੋਇਆ, ਸਾਰਾ ਸਰੀਰ ਛਾਲੇ ਛਾਲੇ ਹੋਇਆ, ਛਾਲਿਆਂ ਚੋਂ ਪਾਣੀ ਸਿਮਦਾ ਹੈ। ਸਤਿਗੁਰਾਂ ਨੇ ਚਿੱਟੇ ਬਸਤਰ ਦੀ ਬੁੱਕਲ ਮਾਰੀ, ਤਨ ਢਕਿਆ ਹੋਇਆ, ਤੇ ਜਦੋਂ ਚੱਲਦੇ ਨੇ ਚਰਨਾਂ ਦੀਆਂ ਤਲੀਆਂ ਸੜ ਕਰਕੇ ਭਸਮ ਹੋਈਆਂ ਪਈਆਂ ਨੇ, ਤੇ ਚਰਨਾਂ ਕਰਕੇ ਤੁਰਿਆ ਨਹੀਂ ਜਾਂਦਾ। ਤੇ ਭਾਈ ਪ੍ਰਾਣਾ ਜੀ ਦਾ ਸਤਿਗੁਰੂ ਜੀ ਨੇ ਮੋਢੇ ਦਾ ਆਸਰਾ ਲੈ ਕੇ ਮੋਢੇ ਤੇ ਹੱਥ ਰੱਖ ਕਰਕੇ ਸਤਿਗੁਰੂ ਤੁਰੇ ਜਾ ਰਹੇ ਨੇ। ਕੋਈ ਸਿੱਖ ਜਿਹੜਾ ਸਿੱਖਾਂ ਨੂੰ ਜਾਣਦਾ ਹੈ, ਉਹ ਸਮਝਦੇ ਨੇ ਵੀ ਇਹੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਸਰੀਰ ਨੂੰ ਇੰਨਾ ਸੇਕ ਲੱਗ ਚੁੱਕਿਆ ਹੈ ਕਿ ਸਾਰੇ ਸਰੀਰ ਦਾ ਜਿਹੜਾ ਰੰਗ ਬਿਲਕੁਲ ਕਾਲਾ ਹੋ ਚੁੱਕਿਆ ਸੀ। ਰਕਤ ਜਿਹੜਾ ਖੂਨ ਹੈ ਅੱਗ ਦੇ ਸੇਕ ਨਾਲ ਖਤਮ ਹੋ ਚੁੱਕਿਆ। ਤੇ ਨੇੜੇ ਹੋ ਕੇ ਕੋਈ ਸਿੱਖ ਜਦੋਂ ਨਮਸਕਾਰ ਕਰਨੀ ਚਾਹੁੰਦਾ, ਸਿਪਾਹੀ ਪਕੜ ਕਰਕੇ ਮਗਰ ਕਰ ਦਿੰਦੇ, ਕਿਸੇ ਨਾਲ ਕੋਈ ਵਿਚਾਰ ਨਹੀਂ ਹੋਣ ਦਿੱਤੇ। ਸਤਿਗੁਰੂ ਪਾਤਸ਼ਾਹ ਰਾਵੀ ਤੱਕ ਪਹੁੰਚਦੇ ਨੇ। ਜਦੋਂ ਰਾਵੀ ਦੇ ਕਿਨਾਰੇ ਜਾ ਕੇ ਬੈਠੇ, ਆਪਣੇ ਚਰਨ ਰਾਵੀ ਵਿੱਚ ਸਤਿਗੁਰਾਂ ਨੇ ਰੱਖੇ ਨੇ, ਤਾਂ ਭਾਈ ਲੰਗਾਹਾ ਜੀ ਨੇ ਬੜੀ ਫੁਰਤੀ ਵਰਤ ਕਰਕੇ ਸਤਿਗੁਰੂ ਦੇ ਦੋਵੇਂ ਚਰਨ ਮਲ ਮਲ ਕੇ ਰਾਵੀ ਦੇ ਉਸ ਪਾਵਨ ਜਲ ਵਿੱਚ ਧੋਤੇ ਹਨ। ਗਰੀਬ ਨਵਾਜ਼ ਸਤਿਗੁਰਾਂ ਨੇ ਫਿਰ ਸਿੱਖਾਂ ਦਾ ਮੋਢਾ ਪਕੜ ਕਰਕੇ ਸਹਾਰਾ ਲੈ ਕੇ ਰਾਵੀ ਦੇ ਜਲ ਵਿੱਚ ਬੈਠੇ ਇਸ਼ਨਾਨ ਕੀਤਾ। ਤੇ ਸਤਿਗੁਰਾਂ ਨੇ ਆਪਣੇ ਤਨ ਨੂੰ ਜਦੋਂ ਰਾਵੀ ਦੇ ਇਸ਼ਨਾਨ ਕਰਕੇ ਉਜਲਾ ਕੀਤਾ, ਬਾਹਰ ਆ ਕੇ ਬੈਠੇ ਨੇ, ਉਜਲੇ ਬਸਤਰ ਪਹਿਨੇ। ਪੰਜੇ ਸਿੱਖਾਂ ਨੂੰ ਕਿਹਾ ਜਲਦੀ ਇਸ਼ਨਾਨ ਕਰ ਲਵੋ। ਪੰਜੇ ਸਿੱਖਾਂ ਨੇ ਇਸ਼ਨਾਨ ਕੀਤੇ, ਸਤਿਗੁਰਾਂ ਦੇ ਦੁਆਲੇ ਘੇਰਾ ਘੱਤ ਕੇ ਬੈਠ ਗਏ। ਜਪਜੀ ਸਾਹਿਬ ਜੀ ਦਾ ਪਾਠ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਰੰਭ ਕੀਤਾ। ਪੰਜੇ ਸਿੱਖਾਂ ਨੇ ਜਪਜੀ ਜੀ ਦਾ ਪਾਠ ਕੀਤਾ ਹੈ। ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸੱਦੜਾ ਆ ਚੁੱਕਿਆ ਹੈ। ਅੰਤਲੇ ਸਵਾਸ ਜਿਹੜੇ ਬਿਲਕੁਲ ਨਜ਼ਦੀਕ ਨੇ, ਪ੍ਰਾਣ ਅਪਾਨ ਵਾਜੂ ਦੀ ਗੰਢ ਖੁੱਲਣ ਵਾਲੀ ਹੈ, ਨਾਭੀ ਦੇ ਵਿੱਚੋਂ ਗਿਣਤੀ ਦੇ ਸਵਾਸ ਬਾਕੀ ਨੇ। ਸਤਿਗੁਰੂ ਚਿੱਟਾ ਚਾਦਰਾ ਲੈ ਕਰਕੇ ਜਦੋਂ ਬਿਰਾਜਮਾਨ ਹੋਣ ਲੱਗੇ, ਕਿਹਾ ਗੁਰਸਿੱਖੋ, ਰੋਣਾ ਕਰਲਾਉਣਾ ਨਹੀਂ, ਵਿਰਾਗ ਨਹੀਂ ਕਰਨਾ ਕਿਸੇ ਨੇ, ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ। ਸਾਡੇ ਪੰਜ ਭੌਤਿਕ ਸਰੀਰ ਦਾ ਇੱਥੇ ਹੀ ਸੰਸਕਾਰ ਤੁਸਾਂ ਕਰ ਦੇਣਾ। ਇਹ ਸਤਿਗੁਰੂ ਪਾਤਸ਼ਾਹ ਨੇ ਜਦੋਂ ਹੁਕਮ ਕੀਤਾ ਤੇ ਨਾਲ ਕਹਿ ਦਿੱਤਾ, ਕਿਤੇ ਰੁਕਣਾ ਨਹੀਂ ਹੈ, ਸਿੱਧੇ ਅੰਮ੍ਰਿਤਸਰ ਚਲੇ ਜਾਇਓ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਕੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਸਤਾਰਬੰਦੀ ਕਰਵਾ ਦਿਓ। ਨਾਲ ਬਚਨ ਕਹਿਣੇ ਵੀ ਜਿਹੜੇ ਬਚਨ ਪਿਤਾ ਕਹਿ ਕੇ ਗਏ, ਉਹਨਾਂ ਬਚਨਾਂ ਤੇ ਪਹਿਰਾ ਦੇਣਾ। ਸਾਰੀ ਮਰਜ਼ਾਦਾ ਗੁਰੂ ਨਾਨਕ ਸਾਹਿਬ ਜੀ ਵਾਲੀ ਰੱਖਣੀ। ਤੇ ਇੱਕ ਨਵੀਂ ਜਿਹੜੀ ਰੀਤ ਹੈ, ਸ਼ਸਤਰਧਾਰੀ ਹੋ ਕੇ ਤਖਤ ਤੇ ਬੈਠਣਾ ਹੈ। ਇਹ ਸਤਿਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਵੀ ਬਚਨ ਕੀਤੇ। ਆਪ ਚਿੱਟਾ ਚਾਦਰਾ ਲੈ ਕੇ ਸਤਿਗੁਰੂ ਬਿਰਾਜਮਾਨ ਹੋ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।
ਜਦੋਂ ਪੰਜ ਭੌਤਿਕ ਸਰੀਰ ਸਤਿਗੁਰਾਂ ਨੇ ਅੱਜ ਦੇ ਦਿਹਾੜੇ ਤਿਆਗ ਦਿੱਤਾ, ਰਾਵੀ ਦੇ ਕਿਨਾਰੇ ਸਿੱਖਾਂ ਦੇ ਅੰਸੂ ਜਿਹੜੇ ਰੋਕਿਆਂ ਤੋਂ ਨਹੀਂ ਰੁਕਦੇ ਸਨ, ਬੜੇ ਬਰਾਗ ਦੇ ਉਛਾਲੇ ਵੱਜਦੇ ਸੀ। ਉਸ ਵੇਲੇ ਅੰਤਲੇ ਸਮੇਂ ਸਤਿਗੁਰਾਂ ਕੋਲ ਭਾਈ ਬਾਬਕ ਨਾਮ ਦਾ ਰਬਾਬੀ ਵੀ ਆਇਆ ਸੀ। ਇਹਨੇ ਕੀਰਤਨ ਕੀਤਾ ਸਤਿਗੁਰਾਂ ਦੇ ਕੋਲ। ਜਦੋਂ ਸਤਿਗੁਰੂ ਜੀ ਨੇ ਸਰੀਰ ਤਿਆਗ ਦਿੱਤਾ, ਇੱਧਰ ਚੰਦੂ ਸੋਚਦਾ ਕਿ ਹਾਲੇ ਤੱਕ ਵਾਪਸ ਨਹੀਂ ਆਏ, ਮੈਂ ਜਾ ਕੇ ਵੇਖਦਾ ਹਾਂ। ਜਦੋਂ ਜਾ ਕੇ ਵੇਖਿਆ, ਚਿੱਟਾ ਚਾਦਰਾ ਤਾਣਿਆ ਸਤਿਗੁਰੂ ਪਾਤਸ਼ਾਹ ਦਾ ਪੰਜ ਭੌਤਿਕ ਸਰੀਰ ਪਿਆ। ਕਹਿਣ ਲੱਗਿਆ, ਐ ਅਰਜਨ ਸਾਹਿਬ, ਇੱਥੇ ਇਸ਼ਨਾਨ ਕਰਕੇ ਸੌਣ ਦਾ ਸਮਾਂ ਨਹੀਂ ਹੈ, ਨੀਂਦ ਪੂਰੀ ਕਰਨ ਲੱਗੇ ਹੋ, ਚਲੋ ਛੇਤੀ ਤੁਹਾਨੂੰ ਘਰ ਦੇ ਵਿੱਚ ਲਿਜਾ ਕੇ ਤਸੀਹੇ ਦੇਵਾਂ। ਤਾਂ ਭਾਈ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਉਹ ਦੁਸ਼ਟਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜ ਭੌਤਿਕ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਚੁੱਕੇ ਨੇ, ਤੇਰੇ ਸਿਰ ਦੇ ਉੱਤੇ ਠੀਕਰਾ ਭੰਨ ਗਏ ਨੇ, ਤੇ ਹੁਣ ਆਪਣੇ ਪਾਪਾਂ ਨੂੰ ਜਿਹੜਾ ਭੁਗਤਣ ਵਾਸਤੇ ਤਿਆਰ ਹੋ ਜਾ। ਉਸ ਵੇਲੇ ਫਿਰ ਇਹ ਚੰਦੂ ਆਪਣੇ ਘਰ ਦੇ ਵੱਲ ਨੂੰ ਵਾਪਸ ਤੁਰਿਆ। ਜਦੋਂ ਘਰੇ ਆਇਆ ਤੇ ਘਰ ਵਿੱਚ ਬੈਣ ਪੈਂਦੇ ਸਨ। ਇਹਦੀ ਨੂੰਹ ਚੜ੍ਹਾਈ ਕਰ ਗਈ, ਸੋਚਦਾ ਨਾ ਕੋਈ ਬਿਮਾਰੀ ਨਾ ਕੋਈ ਰੋਗ, ਇਹਦਾ ਕਾਰਨ ਕੀ। ਫਿਰ ਇਹਦੀ ਨੂੰਹ ਦਾ ਵੀ ਸੰਸਕਾਰ ਕਰਨ ਵਾਸਤੇ ਜਦੋਂ ਰਾਵੀ ਦੇ ਕਿਨਾਰੇ ਗਏ, ਉੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਅੰਗੀਠਾ ਵੀ ਬਲਦਾ ਸੀ। ਫਿਰ ਉੱਥੇ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਇਸ ਚੰਦੂ ਨੇ ਘਰ ਵਿੱਚ ਰੱਖ ਕੇ ਇੰਨੇ ਤਸੀਹੇ ਦਿੱਤੇ, ਸਤਿਗੁਰੂ ਅੱਜ ਪੰਜ ਭੌਤਿਕ ਸਰੀਰ ਤਿਆਗ ਚੁੱਕੇ ਨੇ। ਹਾਹਾਕਾਰ ਮੱਚੀ ਸੰਗਤਾਂ ਦੇ ਅੰਦਰ। ਕੋਈ ਸੰਗਤਾਂ ਜਪਜੀ ਜੀ ਦੇ ਪਾਠ, ਕੋਈ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਪਾਠ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਿਮਿਤ ਕੀਤੇ। ਪੰਜੇ ਸਿੱਖ ਜਿਹੜੇ ਸਨ ਸਾਧ ਸੰਗਤ ਜੀ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਆਏ। ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਦਸਤਾਰਬੰਦੀ ਦੀ ਜਿਹੜੀ ਮਰਜ਼ਾਦਾ ਪੂਰੀ ਕੀਤੀ ਗਈ। ਦੋਵੇਂ ਸ੍ਰੀ ਸਾਹਿਬਾਂ ਜਿਹੜੀਆਂ ਮੀਰੀ ਤੇ ਪੀਰੀ ਦੀਆਂ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਗਲ ਦੇ ਵਿੱਚ ਗਾਤਰਿਆਂ ਵਿੱਚ ਪਾਈਆਂ ਸਨ। ਤੇ ਫਿਰ ਤਖਤ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੂੰ ਬਿਠਾਇਆ ਗਿਆ। ਫਿਰ ਤਖਤ ਤੋਂ ਬੈਠ ਕੇ ਜਿਹੜੇ ਐਲਾਨ ਕੀਤੇ ਸਨ, ਚੰਦੂ ਤੋਂ ਬਦਲਾ ਲਿਆ ਸਤਿਗੁਰਾਂ ਨੇ। ਦਿੱਲੀ ਵਿੱਚ ਜਾ ਕੇ ਗ੍ਰਿਫਤਾਰ ਕੀਤਾ। ਭਾਈ ਬਿਧੀ ਚੰਦ ਸਾਹਿਬ ਨੇ ਥੱਪੜ ਮਾਰ ਕੇ ਪੱਗ ਲਾ ਲਈ ਸਭਾ ਦੇ ਵਿੱਚ। ਪੱਗ ਦੇ ਨਾਲ ਮੁਸ਼ਕਾਂ ਬੰਨੀਆਂ, ਦਿੱਲੀ ਦੀ ਗਲੀ ਗਲੀ ਵਿੱਚ ਤੋਰਿਆ ਤੇ ਜਲੂਸ ਕੱਢਿਆ। ਅੰਮ੍ਰਿਤਸਰ ਦੀਆਂ ਗਲੀਆਂ ਗਲੀਆਂ ਵਿੱਚ ਫੇਰਿਆ ਗਿਆ। ਸਿਰ ਦੇ ਵਿੱਚ ਜ਼ਖਮ ਹੋ ਗਏ, ਕੀੜੇ ਪੈ ਚੁੱਕੇ ਸਨ ਤੇ ਘੋੜਿਆਂ ਦਾ ਪਿਸ਼ਾਬ ਉਹਨੂੰ ਪੀਣ ਵਾਸਤੇ ਦਿੱਤਾ ਜਾਂਦਾ ਸੀ। ਘੋੜਿਆਂ ਦੇ ਕਿੱਲਿਆਂ ਨਾਲ ਰੱਸੇ ਪਾ ਕੇ ਬੰਨ੍ਹਿਆ ਜਾਂਦਾ ਸੀ ਦੁਸ਼ਟ ਬੰਦੇ ਨੂੰ। ਲਾਹੌਰ ਵਿੱਚ ਜਾ ਕੇ ਫਿਰ ਜਿਹੜੇ ਕੜਛੇ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਦੇ ਤਨ ਤੇ ਗਰਮ ਰੇਤਾ ਪੈਂਦਾ ਰਿਹਾ, ਉਸੇ ਪਠਿਆਰੇ ਨੇ ਚੰਦੂ ਨੂੰ ਪਛਾਣ ਕੇ ਇੰਨੀ ਤੇਜ਼ੀ ਨਾਲ ਕੜਛਾ ਮਾਰਿਆ, ਉਹਦੇ ਵੱਲ ਆਂਦਰਾਂ ਪਾੜ ਕੇ ਰੱਖ ਦਿੱਤੀਆਂ। ਉਸ ਦੁਸ਼ਟ ਬੰਦੇ ਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਬਣ ਜਾਂਦੇ। ਫਿਰ ਉੱਥੇ ਲਾਹੌਰ ਵਿੱਚ ਅੰਤ ਕੀਤਾ ਉਸ ਦਾ। ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਹਾਦਤਾਂ ਦਾ ਜਾਮ ਪੀ ਕੇ ਸ਼ਹੀਦਾਂ ਦੇ ਸਰਤਾਜ ਹੋਣ ਦਾ ਮਾਣ ਜਿਹੜਾ ਹਾਸਲ ਕੀਤਾ ਹੈ। ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਬੈਰਾਗ ਵਿੱਚ ਆ ਕੇ ਮਨਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣ। ਸਤਿਗੁਰੂ ਪਾਤਸ਼ਾਹ ਸਾਨੂੰ ਬਾਣੀ ਤੇ ਬਾਣੀ ਦੇ ਧਾਰਨੀ ਬਣਾਉਣ। ਨਿਤਨੇਮ ਸੇਵਾ ਤੇ ਸਿਮਰਨ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਣ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਅੰਦਰ ਇਤਿਹਾਸ ਦੀ ਵਿਚਾਰ ਆਪ ਨਾਲ ਸਾਂਝੀ ਕੀਤੀ ਹੈ। ਹੁਣ ਆਓ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਸਾਨੂੰ ਬਖਸ਼ਿਸ਼ ਕੀਤੇ ਨੇ, ਅਸ਼ਟਪਦੀਆਂ ਦੇ ਰੂਪ ਦੇ ਵਿੱਚ ਨੇ। ਲਮੇਰਾ ਸ਼ਬਦ ਹੈ, ਕੇਵਲ ਅੱਖਰੀ ਅਰਥ ਕਰਕੇ ਥੋੜ੍ਹੇ ਸਮੇਂ ਦੇ ਵਿੱਚ ਹੀ ਸੰਪੂਰਨਤਾ ਕੀਤੀ ਜਾਵੇਗੀ। ਪਿਆਰ ਸਤਿਕਾਰ ਨਾਲ ਗੁਰਬਾਣੀ ਦੀ ਕਥਾ ਸ਼ਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਘਰ ਪਹਿਲਾ ਅਸ਼ਟਪਦੀਆ। ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਹਿਲੇ ਘਰ ਸੁਰ ਤਾਲ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਹਨ। ਅਸ਼ਟਪਦੀਆ ਦਾ ਅਰਥ ਹੁੰਦਾ ਹੈ ਸ਼ਬਦ ਇੱਕ ਹੈ, ਉਹਦੀਆਂ ਪਦੀਆਂ ਜਿਹੜੀਆਂ ਪੌੜੀਆਂ ਨੇ, ਹਿੱਸੇ ਨੇ, ਉਹ 8 ਹਿੱਸਿਆਂ ਵਿੱਚ ਵੰਡਿਆ ਹੁੰਦਾ। ਇਹ ਅਸ਼ਟਪਦੀਆਂ ਸਰਲੇਖ ਹੇਠ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸਭ ਜਗ ਜਿਨ ਹੈ ਉਪਾਇਆ ਭਾਈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਪਰਮਾਤਮਾ ਜੀ ਦੇ ਨਾਮ ਦਾ ਚਿੰਤਨ ਕਿਵੇਂ ਕਰਨਾ ਤੇ ਉਸ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਉਹਦੀ ਪ੍ਰਾਪਤੀ ਸਾਨੂੰ ਕਿਵੇਂ ਹੋ ਸਕਦੀ ਹੈ। ਤਾਂ ਉਸ ਵੇਲੇ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ। ਸਤਿਗੁਰੂ ਕਹਿੰਦੇ ਸਭ ਜਗ ਜਿਨ ਹੈ ਉਪਾਇਆ ਭਾਈ। ਭਾਈ ਹੈ ਮੇਰੇ ਪਿਆਰੇ ਗੁਰਸਿੱਖੋ, ਮੇਰੇ ਭਰਾਤਾ ਜਨੋ, ਜਿਸ ਪਰਮਾਤਮਾ ਜੀ ਨੇ ਸਾਰਾ ਜਗਤ ਸੰਸਾਰ ਉਪਾਇਆ ਕਈਏ ਪੈਦਾ ਕੀਤਾ ਹੈ। ਕਾਰਨ ਸਮਰੱਥ। ਜਿਹੜੇ ਕਾਰਨ ਹਨ 5 ਤੱਤਾਂ ਦੇ ਤੇ ਉਹਨਾਂ ਤੋਂ ਕਾਰਜ ਸੰਸਾਰ ਬਣਿਆ। ਇਹ ਸਭ ਕੁਝ ਹੀ ਕਾਰਨ ਕਰਵਾਉਣ ਵਾਲਾ ਪਰਮਾਤਮਾ ਸਮਰੱਥ ਕਈਏ ਸਰਬ ਸ਼ਕਤੀਮਾਨ ਹੈ। ਸਾਰੇ ਤਰ੍ਹਾਂ ਦੀ ਤਾਕਤ ਹੈ ਪਰਮਾਤਮਾ ਕੋਲ। ਪਿੰਡ ਜਿਨ ਸਾਜਿਆ ਭਾਈ। ਐਸਾ ਜੀਉ ਜਿਹੜਾ ਸੂਖਮ ਸਰੀਰ ਹੈ ਤੇ ਸੂਖਮ ਤੱਤਾਂ ਦੇ ਨਾਲ, ਤੇ ਜਿਹੜਾ ਪਿੰਡ ਸਾਡਾ ਸਥੂਲ ਸਰੀਰ ਹੈ ਇਹ ਸਥੂਲ ਤੱਤਾਂ ਦੇ ਨਾਲ ਸਾਜਿਆ, ਸਿਰਜਣਾ ਕੀਤਾ, ਬਣਾਉਣਾ ਕੀਤਾ ਹੈ। ਆਪਣੀ ਵਥ। ਫਿਰ ਇਹਨਾਂ ਸਰੀਰਾਂ ਨੂੰ ਚਲਾਉਣ ਵਾਸਤੇ ਆਪਣੀ ਵਥ ਜਿਹੜੀ ਆਤਮਾ ਰੂਪੀ ਵਸਤੂ ਵੀ ਰੱਖੀ। ਸੂਖਮ ਸਰੀਰ ਵੀ ਉਹਦੇ ਨਾਲ ਚੱਲਦੇ ਨੇ ਤੇ ਸਥੂਲ ਸਰੀਰ ਵੀ ਆਤਮਾ ਵਸਤੂ ਨਾਲ ਚੱਲਦਾ ਹੈ। ਕਹੀਐ ਕਿਉਂ ਦੇਖੀਐ ਭਾਈ। ਇਸ ਲਈ ਕਿਨ ਕਹੀਐ, ਕਿਸ ਤਰ੍ਹਾਂ ਦੇ ਨਾਲ ਉਹ ਪਰਮਾਤਮਾ ਵਾਹਿਗੁਰੂ ਨੂੰ, ਕਿਨ ਦਾ ਅਰਥ ਹੈ ਕਿਸ ਬੰਦੇ ਨੇ ਕਹੀਐ, ਕਹਿਣਾ ਕੀਤਾ ਵੀ ਪਰਮਾਤਮਾ ਇਸ ਤਰ੍ਹਾਂ ਦਾ ਹੈ। ਕਿਉਂ ਦੇਖੀਐ ਭਾਈ ਹੈ ਭਾਈ ਉਸ ਪਰਮਾਤਮਾ ਨੂੰ, ਤੇ ਕਿਵੇਂ ਦੇਖਣਾ ਕਰੀਏ, ਦੇਖਣ ਵਿੱਚ ਵੀ ਨਹੀਂ ਆਉਂਦਾ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ। ਕਰਤਾ ਏਕ ਅਕਥ। ਉਹ ਪਰਮਾਤਮਾ ਸਾਰੀ ਦੁਨੀਆ ਦਾ ਕਰਤਾ ਹੈ, ਇੱਕੋ ਇੱਕ ਬਣਾਉਣ ਵਾਲਾ, ਅਕਥ ਸ਼ਕਤੀ ਬਿਰਤੀ ਤੋਂ ਰਹਿਤ ਹੈ। ਲੱਖਣਾ ਬਿਰਤੀ ਦੇ ਨਾਲ ਉਹਦੀ ਕਥਾ ਹੋ ਸਕਦੀ ਹੈ। ਗੁਰ ਗੋਬਿੰਦ ਸਲਾਹੀਐ ਭਾਈ। ਐਸਾ ਜਿਹੜਾ ਗੋਬਿੰਦ ਪਰਮੇਸ਼ਰ ਦਾ ਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ, ਉਹਨਾਂ ਦੀ ਕਿਰਪਾ ਨਾਲ ਉਸ ਦੀ ਸਲੋਤਾ ਕਰੀਏ, ਵਡਿਆਈ ਕਰੀਏ। ਹੈ ਭਾਈ ਜਿਸ ਤੇ ਜਾਪੈ ਤਥ। ਜਿਸ ਗੁਰੂ ਦੀ ਕਿਰਪਾ ਨਾਲ ਤਥ ਸਿਧਾਂਤ ਜਿਹੜਾ ਬ੍ਰਹਮ ਸਰੂਪ ਪਰਮਾਤਮਾ ਉਹ ਜਾਪੈ ਜਾਣਿਆ ਜਾਵੇ। ਮੇਰੇ ਮਨ ਜਪੀਐ ਹਰ ਭਗਵੰਤਾ। ਸਤਿਗੁਰੂ ਜੀ ਕਹਿੰਦੇ ਹੈ ਮੇਰੇ ਪਿਆਰੇ ਮਨਾ, ਐਸਾ ਜਿਹੜਾ ਭਗਵੰਤ ਅਕਾਲ ਪੁਰਖ ਸਾਰੀ ਦੁਨੀਆ ਦਾ ਮਾਲਕ, ਉਸ ਨੂੰ ਪਿਆਰ ਨਾਲ ਜਪਿਆ ਕਰ। ਨਾਮ ਦਾਨ ਦੇ ਜਨ ਆਪਣੇ। ਆਪਣਿਆਂ ਜਨਾਂ ਨੂੰ, ਆਪਣੇ ਪਿਆਰੇ ਸੇਵਕਾਂ ਨੂੰ ਨਾਮ ਦਾ ਦਾਨ ਦੇ ਦਿੰਦਾ ਪਰਮਾਤਮਾ ਜਦੋਂ ਤਰੁੱਠਦਾ ਹੈ। ਦੁਖ ਦਰਦ ਕਾ ਹੰਤਾ। ਜਦੋਂ ਨਾਮ ਮਿਲ ਜਾਂਦਾ ਹੈ ਉਹਦੀ ਕਿਰਪਾ ਦੇ ਨਾਲ, ਫਿਰ ਦੁੱਖ ਵੀ ਟੁੱਟਦੇ, ਦਰਦ ਤਕਲੀਫਾਂ ਵੀ ਹੰਤਾ ਨਾਸ ਹੋ ਜਾਂਦੀਆਂ। ਪਰਮਾਤਮਾ ਜੰਮਣ ਮਰਨ ਦਾ ਦੁੱਖ ਕੱਟਣ ਵਾਲਾ ਤੇ ਅਗਿਆਨਤਾ ਅਵਿਦਿਆ ਦੀਆਂ ਪੀੜਾਂ ਨੂੰ ਹੰਤਾ ਨਾਸ ਕਰਨ ਵਾਲਾ ਹੈ। ਰਹਾਉ। ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਜਾ ਕੈ ਘਰ ਸਭ ਕਿਛ ਹੈ ਭਾਈ। ਇਹ ਮੇਰੇ ਭਾਈ ਪਿਆਰੇ ਗੁਰਸਿੱਖਾ, ਜਿਸ ਪਰਮਾਤਮਾ ਦੇ ਘਰ ਦੇ ਅੰਦਰ ਸਾਧ ਸੰਗਤ ਰੂਪੀ ਘਰ ਦੇ ਵਿੱਚ ਸਭ ਕੁਝ ਹੈ। ਨੌ ਨਿਧ ਭਰੇ ਭੰਡਾਰ। ਜਿਹੜੀਆਂ 9 ਨਿਧੀਆਂ ਸ਼ਕਤੀਆਂ ਹਨ ਇਹਦੇ ਭੰਡਾਰੇ ਭਰੇ ਪਏ ਨੇ। 9 ਨਿਧੀਆਂ 18 ਸਿੱਧੀਆਂ ਸਭ ਕੁਝ ਮਿਲ ਜਾਂਦਾ। ਤਿਸ ਕੀ
ਦੀ ਕੀਮਤ ਨਾ ਪਵੈ ਭਾਈ। ਉਸ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਜਿਹੜੀ ਕੀਮਤ ਹੈ ਮਿਤ ਮਰਜ਼ਾਦਾ ਨਹੀਂ ਪਾਈ ਜਾਂਦੀ ਹੈ ਭਾਈ। ਉੱਚਾ ਅਗਮ ਅਪਾਰ ਪਰਮੇਸ਼ਰ ਉੱਚਿਆਂ ਤੋਂ ਉੱਚਾ ਹੈ, ਅਗਮ ਮਨ ਦੀ ਗਮਤਾ ਤੋਂ ਪਰੇ, ਅਪਾਰ ਕਹੀਏ ਪਾਰਾਵਾਰ ਤੋਂ ਰਹਿਤ, ਹੱਦ ਬੰਨਿਆ ਸੀਮਾ ਤੋਂ ਰਹਿਤ ਹੈ। ਜੀ ਜੰਤ ਪ੍ਰਤਪਾਲ ਦਾ ਭਾਈ। ਜੀ ਹੁੰਦੇ ਛੋਟੇ ਸੂਖਮ ਤੇ ਜੰਤ ਹੁੰਦੇ ਵੱਡੇ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਤਾਈਂ ਪਾਲਦਾ ਹੈ ਹੇ ਭਾਈ। ਨਿਤ ਨਿਤ ਕਰਦਾ ਸਾਰ ਹਮੇਸ਼ਾ ਹਮੇਸ਼ਾ ਸਦਾ ਸਦਾ ਵਾਸਤੇ ਸਾਰੇ ਜੀਵਾਂ ਦੀ ਸਾਰ ਉਹ ਸੰਭਾਲ ਕਰਦਾ ਹੈ। ਸਤਿਗੁਰ ਪੂਰਾ ਭੇਟੀਐ ਭਾਈ। ਇਹ ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਭੇਟੀਐ ਮਿਲ ਜਾਂਦੇ ਨੇ, ਪੂਰੇ ਗੁਰੂ ਦੀ ਸੰਗਤ ਮਿਲ ਜਾਂਦੀ। ਸ਼ਬਦ ਮਿਲਾਵਣ ਹਾਰ ਫਿਰ ਗੁਰੂ ਸਾਹਿਬ ਜੀ ਪਿਆਰੇ ਸਿੱਖ ਨੂੰ ਸ਼ਬਦ ਉਪਦੇਸ਼ ਦੇ ਦਿੰਦੇ। ਗੁਰਸਿੱਖ ਸ਼ਬਦ ਦੀ ਕਮਾਈ ਕਰਕੇ ਪਰਮਾਤਮਾ ਦੇ ਰਸਤੇ ਤੇ ਤੁਰ ਪੈਂਦਾ। ਫਿਰ ਗੁਰੂ ਦਾ ਸ਼ਬਦ ਹੀ ਮਿਲਾਉਣ ਵਾਲਾ ਬਣ ਜਾਂਦਾ ਪਰਮੇਸ਼ਰ ਦੇ ਨਾਲ। ਸੱਚੇ ਚਰਨ ਸਰੇਵੀਐ ਭਾਈ। ਇਹ ਭਾਈ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਗੁਰੂ ਸਾਹਿਬ ਦੇ ਜਿਹੜੇ ਨਾਮ ਬਾਣੀ ਰੂਪ ਚਰਨ ਹਨ, ਉਹਨਾਂ ਨੂੰ ਸਰੇਵੀਐ, ਸਦਾ ਚਿੰਤਨ ਕਰੀਏ, ਸੇਵਨਾ ਕਰੀਏ। ਭ੍ਰਮ ਪਉ ਹੋਵੈ ਨਾਸ। 5 ਤਰ੍ਹਾਂ ਦਾ ਭਰਮ ਤੇ 7 ਤਰ੍ਹਾਂ ਦਾ ਡਰ, ਇਹ ਸਾਰਾ ਹੀ ਨਾਸ ਹੋ ਜਾਂਦਾ, ਕੱਟਿਆ ਜਾਂਦਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਜਿਹੜੀ ਸੰਤਾਂ ਦੀ ਸਭਾ ਮਹਾਤਮਾ ਦੀ ਸੰਗਤ ਹੈ, ਉਹਦੇ ਵਿੱਚ ਮਿਲ ਕਰਕੇ ਆਪਣੇ ਮਨ ਨੂੰ ਜਿਹੜਾ ਮਾਂਜਣਾ ਕਰੀਏ, ਪ੍ਰੇਮ ਦਾ ਜਲ ਹੋਵੇ ਤੇ ਵਿਚਾਰ ਦੀ ਕੂਚੀ ਦੇ ਨਾਲ ਮਨ ਨੂੰ ਮਾਂਜਣਾ ਕਰ। ਹਰ ਕੈ ਨਾਮ ਨਿਵਾਸ। ਫਿਰ ਹਰੀ ਪਰਮਾਤਮਾ ਦੇ ਨਾਮ ਦੇ ਵਿੱਚ ਜੀਵ ਦਾ ਨਿਵਾਸ ਹੋ ਜਾਂਦਾ, ਟਿਕਾ ਹੋ ਜਾਂਦਾ ਹੈ। ਮਿਟੈ ਅੰਧੇਰਾ ਅਗਿਆਨਤਾ ਭਾਈ। ਇਸ ਲਈ ਜਿਹੜਾ ਅੰਦਰ ਅਗਿਆਨਤਾ ਦਾ ਹਨੇਰਾ, ਅਵਿਦਿਆ ਦੀ ਰਾਤ ਪਈ, ਇਹ ਸਾਰਾ ਕੁਝ ਹੀ ਮਿਟ ਜਾਂਦਾ ਹੈ ਹੇ ਭਾਈ। ਕਮਲ ਹੋਵੈ ਪਰਗਾਸ। ਜਿਹੜਾ ਹਿਰਦਾ ਰੂਪ ਕਮਲ ਹੈ, ਇਹਦੀਆਂ ਜਿਹੜੀਆਂ ਕਰਨਾ ਮੁਦਤਾ ਪੇਖਿਆ ਮੈਤਰਤਾ ਦੀਆਂ ਜਿਹੜੀਆਂ ਪੰਖੜੀਆਂ ਖਿੜ ਆਉਂਦੀਆਂ, ਪਰ ਵਿਸ਼ੇਸ਼ ਕਰਕੇ ਬ੍ਰਹਮ ਗਿਆਨ ਜਿਹੜਾ ਅੰਦਰ ਪ੍ਰਗਟ ਹੋ ਜਾਂਦਾ। ਗੁਰ ਬਚਨੀ ਸੁਖ ਊਪਜੈ ਭਾਈ। ਗੁਰੂ ਸਾਹਿਬ ਦੇ ਬਚਨਾਂ ਤੇ ਚੱਲਣ ਕਰਕੇ ਮਹਾਨ ਸੁਖ ਦਾ ਜਿਹੜਾ ਪੈਦਾਇਸ਼ ਹੋਣਾ ਹੁੰਦਾ, ਪੈਦਾ ਹੁੰਦਾ ਸੁਖ। ਸਭ ਫਲ ਸਤਿਗੁਰ ਪਾਸ। ਜਿੰਨੇ ਵੀ ਫਲ ਨੇ ਧਰਮ ਅਰਥ ਕਾਮ ਤੇ ਮੋਖ, ਇਹ ਸਤਿਗੁਰਾਂ ਦੇ ਕੋਲ ਹੀ ਹਨ। ਮੇਰਾ ਤੇਰਾ ਛੋਡੀਐ ਭਾਈ। ਜਿਹੜੀ ਪਦਾਰਥਾਂ ਤੇ ਮੇਰ ਕਰਦਾ, ਇਹ ਮੇਰੇ ਨੇ, ਆ ਤੇਰੇ ਹਨ, ਇਹ ਸਾਰਾ ਕੁਝ ਹੀ ਭਾਈ ਛੱਡ ਦੇਣਾ ਕਰ। ਹੋਈਐ ਸਭ ਕੀ ਧੂਰ। ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾ, ਖਾਕ ਬਣ ਜਾ, ਇੰਨੀ ਨਿਮਰਤਾ ਵਿੱਚ ਆ ਜਾਣਾ ਕਰੋ। ਘਟ ਘਟ ਬ੍ਰਹਮ ਪਸਾਰਿਆ ਭਾਈ। ਜਿਹੜਾ ਘਟਾਂ ਘਟਾਂ ਦਿਲਾਂ ਦਿਲਾਂ ਦੇ ਵਿੱਚ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਪਸਾਰਿਆ, ਫੈਲਿਆ ਹੋਇਆ, ਵਸਿਆ ਹੋਇਆ। ਵੇਖੈ ਸੁਣੈ ਹਜੂਰ। ਇਸ ਤਰ੍ਹਾਂ ਸਮਝਿਆ ਕਰੋ, ਪਰਮਾਤਮਾ ਨੇੜੇ ਹੋ ਕੇ ਵੇਖੈ ਵੇਖਦਾ ਹੈ, ਤੇਰੀਆਂ ਗੱਲਾਂ ਸੁਣੈ ਸੁਣਦਾ ਹੈ। ਹਜੂਰ ਉਹ ਸਦਾ ਹੀ ਅੰਗ ਸੰਗ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ। ਇਹ ਭਾਈ ਜਿਸ ਦਿਨ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਭੁੱਲ ਜਾਂਦਾ, ਉਹਦਾ ਨਾਮ ਭੁੱਲ ਜਾਂਦਾ। ਤਿਤ ਦਿਨ ਮਰੀਐ ਝੂਰ। ਉਸ ਦਿਨ ਤਾਂ ਬੜੇ ਝੋਰਿਆਂ ਦੇ ਵਿੱਚ ਹੀ ਝੁਰ ਝੁਰ ਕੇ ਦੁਖੀ ਹੋ ਕਰਕੇ ਜੀਵ ਨੂੰ ਮਰਨਾ ਪੈਂਦਾ ਹੈ। ਕਾਰਣ ਕਰਾਵਣ ਸਮਰਥੋ ਭਾਈ। ਪਰਮਾਤਮਾ ਸਾਰੇ ਕਾਰਨ ਤੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਸ਼ਕਤੀ ਰੱਖਦਾ। ਸਰਬ ਕਲਾ ਭਰਪੂਰ। ਸਾਰੀਆਂ ਕਲਾ ਸ਼ਕਤੀਆਂ ਕਰਕੇ ਨੱਕੋ ਨਾਕੋ ਭਰਪੂਰ ਭਰਿਆ ਹੋਇਆ ਪਰਮਾਤਮਾ। ਪ੍ਰੇਮ ਪਦਾਰਥ ਨਾਮ ਹੈ ਭਾਈ। ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਭਾਈ, ਉਹ ਪ੍ਰੇਮ ਕਰਕੇ ਪ੍ਰਾਪਤ ਹੁੰਦਾ। ਨਾਮ ਪਦਾਰਥ ਪ੍ਰੇਮੀ ਨੂੰ ਮਿਲਦਾ ਹੈ, ਪ੍ਰੇਮ ਕਰਕੇ ਨਾਮ ਦੀ ਦਾਤ ਲਈ ਦੀ। ਮਾਇਆ
ਮੋਹ ਬਿਨਾਸ਼। ਜਦੋਂ ਨਾਮ ਆ ਗਿਆ ਪ੍ਰੇਮੀ ਦੇ ਹਿਰਦੇ ਵਿੱਚ, ਫਿਰ ਮਾਇਆ ਦਾ ਮੋਹ ਜਿਹੜਾ ਹੈ ਬੇਵਿਸ਼ੇਸ਼ ਕਰਕੇ ਨਾਸ ਹੋ ਜਾਂਦਾ। ਤਿਸ ਭਾਵੈ ਤਾਂ ਮੇਲ ਲਏ ਭਾਈ। ਜੇ ਗੁਰਸਿੱਖ ਦੀ ਭਾਵਨਾ ਸ਼ਰਧਾ ਗੁਰਸਿੱਖ ਦੀ ਪਰਮਾਤਮਾ ਨੂੰ ਭਾ ਜਾਵੇ ਤਾਂ ਆਪਣੇ ਨਾਲ ਪਰਮਾਤਮਾ ਮੇਲ ਲੈਂਦਾ ਹੈ। ਹਿਰਦੈ ਨਾਮ ਨਿਵਾਸ। ਸਿੱਖ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਂਦਾ। ਗੁਰਮੁਖ ਕਮਲ ਪਰਗਾਸੀਐ ਭਾਈ। ਗੁਰਮੁਖ ਪਿਆਰਿਆਂ ਦਾ ਜਿਹੜਾ ਹਿਰਦਾ ਰੂਪ ਕਮਲ ਹੈ, ਪਰ ਵਿਸ਼ੇਸ਼ ਕਰਕੇ ਗਾਸੀਆ ਖੇੜੇ ਦੇ ਸੰਯੁਕਤ ਹੋ ਜਾਂਦਾ, ਖਿੜ ਜਾਂਦਾ। ਹਿਰਦੈ ਹੋਵੈ ਪਰਗਾਸ। ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ, ਪਰਮਾਤਮਾ ਦਾ ਜਿਹੜਾ ਸੀ ਸਾਧ ਸੰਗਤ ਜੀ ਗਿਆਨ ਪ੍ਰਗਟ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ। ਐਸਾ ਉਹ ਗੁਰੂ ਦੇ ਪਿਆਰਿਆਂ ਦਾ ਜਿਹੜਾ ਪ੍ਰਤਾਪ ਹੁੰਦਾ ਦੁਨੀਆ ਵਿੱਚ ਪ੍ਰਗਟ ਹੋ ਜਾਂਦਾ। ਮੌਲਿਆ ਧਰਤ ਆਕਾਸ਼। ਉਹ ਗੁਰਸਿੱਖ ਜਾਣਦੇ ਨੇ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਪਰਮਾਤਮਾ ਮੌਲਿਆ ਮਿਲਿਆ ਹੋਇਆ। ਧਰਤੀ ਬੁੱਧੀ ਦੇ ਵਿੱਚ ਤੇ ਆਕਾਸ਼ ਜਿਹੜਾ ਚਿੱਤ ਹੈ ਤੇ ਹਿਰਦੇ ਦੇ ਅੰਦਰ ਪਰਮਾਤਮਾ ਮਿਲਿਆ ਹੋਇਆ। ਗੁਰ ਪੂਰੈ ਸੰਤੋਖਿਆ ਭਾਈ। ਇਹ ਭਾਈ ਜਿਨ੍ਹਾਂ ਨੂੰ ਪੂਰੇ ਗੁਰੂ ਮਿਲ ਜਾਂਦੇ ਤੇ ਗੁਰੂ ਸਾਹਿਬ ਸੰਤੋਖ ਦੇ ਦਿੰਦੇ, ਟਿਕਾ ਦੇ ਦਿੰਦੇ ਨੇ। ਅਹਨਿ ਸੁਲਾਗਾ ਭਾਉ। ਉਹਨਾਂ ਦਾ ਰਾਤ ਦਿਨ ਪਰਮਾਤਮਾ ਨਾਲ ਭਾਉ ਫਿਰ ਪ੍ਰੇਮ ਲੱਗਿਆ ਰਹਿੰਦਾ। ਰਸਨਾ ਰਾਮ ਰਵੈ ਸਦਾ ਭਾਈ। ਰਸਨਾ ਦੇ ਨਾਲ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਸਦਾ ਵਾਸਤੇ ਭਾਈ ਰਵੈ ਤੂੰ ਉਚਾਰਨ ਕਰਿਆ ਕਰ। ਸਾਚਾ ਸਾਧ ਸੁਆਵ। ਫਿਰ ਸੱਚੇ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨ ਦਾ ਪ੍ਰਯੋਜਨ ਤੈਨੂੰ ਮਿਲ ਜਾਵੇਗਾ ਤੇ ਉਹਦਾ ਸਾਧ ਤੈਨੂੰ ਆਨੰਦ ਬਣੇਗਾ। ਕਰਨੀ ਸੁਣ ਸੁਣ ਜੀਵਿਆ ਭਾਈ। ਜਿਹੜੀ ਐਸੀ ਪਰਮਾਤਮਾ ਵਾਹਿਗੁਰੂ ਜੀ ਦੀ ਐਸੀ ਉਹ ਕਰਨੀ ਭਗਤੀ ਹੈ ਤੇ ਉਸ ਕਰਨੀ ਨੂੰ ਪਰਮਾਤਮਾ ਦੇ ਕੌਤਕਾਂ ਨੂੰ ਸੁਣ ਸੁਣ ਕੇ ਜੀਵਿਆ ਭਾਈ। ਹੈ ਭਾਈ ਤੂੰ ਜਿਉਂਦਾ ਹੋ। ਨਹਿ ਚਲ ਪਾਇਆ ਥਾਉ। ਜਿਨ੍ਹਾਂ ਨੇ ਵਾਹਿਗੁਰੂ ਦੀ ਕਰਨੀ ਨੂੰ ਸੁਣ ਸੁਣ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਕੀਤਾ ਹੈ, ਉਹ ਨਿਹਚਲ ਅਚਲ ਪਦਵੀ ਨੂੰ ਪਾ ਲੈਂਦੇ ਹਨ। ਜਿਸ ਪਰ ਤੀਤ ਨਾ ਆਵਈ ਭਾਈ। ਹੈ ਭਾਈ ਜਿਨ੍ਹਾਂ ਨੂੰ ਪਰਮਾਤਮਾ ਤੇ ਪ੍ਰਤੀਤ ਵਿਸ਼ਵਾਸ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ ਹੈ, ਸੋ ਜੀਅੜਾ ਜਲ ਜਾਉ। ਉਹ ਇਹੋ ਜਿਹਾ ਜਿਹੜਾ ਹਿਰਦਾ ਹੈ ਉਹ ਤੇ ਸੜ ਜਾਣਾ ਚਾਹੀਦਾ। ਬਹੁ ਗੁਣ ਮੇਰੇ ਸਾਹਿਬ ਭਾਈ। ਇਹ ਭਾਈ ਮੇਰੇ ਸਾਹਿਬ ਮਾਲਕ ਦੇ ਅੰਦਰ ਤਾਂ ਬਹੁਤ ਸਾਰੇ ਗੁਣ ਹਨ, ਉਹ ਗੁਣਾਂ ਦਾ ਖਜ਼ਾਨਾ ਹੈ। ਹਉ ਤਿਸ ਕੈ ਬਲ ਜਾਉ। ਮੈਂ ਉਸ ਪਰਮਾਤਮਾ ਵਾਹਿਗੁਰੂ ਜੀ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ। ਉਹ ਨਿਰਗੁਣਿਆਰੇ ਪਾਲਦਾ ਭਾਈ। ਉਹ ਨਿਰਗੁਣਿਆਰਿਆਂ ਨੂੰ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਪਾਲਣਾ ਕਰਦਾ ਹੈ। ਹੇ ਭਾਈ ਦੇ ਨਿਥਾਵੇ ਥਾਉ। ਜਿਨ੍ਹਾਂ ਨੂੰ ਕੋਈ ਥਾਂ ਨਹੀਂ ਦਿੰਦਾ, ਨਥਾਵਿਆਂ ਨੂੰ ਥਾਂ ਦੇ ਦਿੰਦਾ ਸਾਧ ਸੰਗਤ ਦੇ ਵਿੱਚ। ਰਿਜਕ ਸੰਭਾਹੇ ਸਾਸ ਸਾਸ ਭਾਈ। ਆਉਂਦੇ ਜਾਂਦੇ ਸਵਾਸ ਸਵਾਸ ਦੇ ਨਾਲ ਹਰ ਕਿਸੇ ਜੀਵ ਦਾ ਰਿਜਕ ਜਿਹੜਾ ਪਹੁੰਚਦਾ ਕਰਦਾ ਪਰਮਾਤਮਾ। ਗੂੜਾ ਜਾ ਕਾ ਨਾਮ। ਜਿਸ ਪਰਮਾਤਮਾ ਦਾ ਗੂੜਾ ਕਹੀਏ ਪ੍ਰੇਮ ਰੂਪੀ ਰੰਗ ਵਾਲਾ ਨਾਮ ਹੈ। ਜਿਸ ਗੁਰ ਸਾਚਾ ਭੇਟੀਐ ਭਾਈ। ਜਿਨ੍ਹਾਂ ਨੂੰ ਪੂਰੇ ਸੱਚੇ ਸਤਿਗੁਰੂ ਦਾ ਭੇਟੀਐ ਮਿਲਾਪ ਹੋ ਜਾਂਦਾ ਹੈ ਭਾਈ। ਪੂਰਾ ਤਿਸ ਕਰਮਾ। ਉਹਨਾਂ ਗੁਰਸਿੱਖਾਂ ਦੇ ਪੂਰੇ ਕਰਮ ਨੇ, ਚੰਗੇ ਮਸਤਕ ਦੇ ਭਾਗ ਹਨ। ਤਿਸ ਬਿਨ ਘੜੀ ਨਾ ਜੀਵੀਐ ਭਾਈ। ਹੇ ਭਾਈ ਤਿਸ ਪਰਮਾਤਮਾ ਤੋਂ ਬਿਨਾਂ ਇੱਕ ਘੜੀ ਸਮਾਂ ਵੀ ਨਹੀਂ ਜਿਉਂਦੇ ਰਹਿ ਸਕਦੇ। ਸਰਬ ਕਲਾ ਭਰਪੂਰ। ਉਹ ਸਾਰੀਆਂ ਕਲਾ ਸ਼ਕਤੀਆਂ ਕਰਕੇ ਨੱਕੋ ਨੱਕ ਭਰਿਆ ਹੋਇਆ ਪਰਮਾਤਮਾ। ਜਿਨ੍ਹਾਂ ਪ੍ਰੀਤ ਨਾ ਲੱਗੀਆ ਭਾਈ। ਇਸ ਲਈ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰੀਤੀ ਨਹੀਂ ਲੱਗੀ, ਪਿਆਰ ਨਹੀਂ ਲੱਗਿਆ ਹੈ ਭਾਈ। ਸੇ ਨਿਤ ਨਿਤ ਮਰਦੇ ਝੂਰ। ਉਹ ਦੁਨੀਆ ਦੇ ਝੋਰਿਆਂ ਵਿੱਚ, ਧੰਦਿਆਂ ਦੇ ਵਿੱਚ ਹਮੇਸ਼ਾ ਵਾਸਤੇ ਝੁਰ ਝੁਰ ਕੇ ਹੀ ਮਰਦੇ ਰਹਿੰਦੇ ਹਨ। ਅੰਚਲ ਲਾਏ ਤਰਾਇਆ ਭਾਈ। ਜਿਨ੍ਹਾਂ ਨੂੰ ਨਾਮ
ਨਾਮ ਦੇ ਸ਼ਰਨ ਦੇ ਪੱਲੇ ਨਾਲ ਪ੍ਰਮਾਤਮਾ ਨੇ ਲਾ ਲਿਆ, ਉਹਨਾਂ ਨੂੰ ਤਾਰ ਦਿੱਤਾ ਸੰਸਾਰ ਸਮੁੰਦਰ ਤੋਂ। ਭਉ ਜਲ ਦੁਖ ਸੰਸਾਰ, ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਭਉ ਜਲ ਦੁੱਖਾਂ ਦਾ ਜਿਹੜਾ ਐਸਾ ਪਾਣੀ ਭਰਿਆ ਸੰਸਾਰ ਸਮੁੰਦਰ ਤੋਂ ਪ੍ਰਮਾਤਮਾ ਤਾਰ ਦਿੰਦਾ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਮਾਤਮਾ ਜੀ ਤੱਕਦੇ ਨੇ ਮਿਹਰ ਦੀ ਨਜ਼ਰ ਨਾਲ, ਹੈ ਭਾਈ ਕੀਤੋਨ ਅੰਗ ਅਪਾਰ, ਉਹਨਾਂ ਦਾ ਅਪਾਰ ਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਵਿਸ਼ੇਸ਼ ਅੰਗ ਉਹਨਾਂ ਦਾ ਪੱਖ ਪੂਰਦਾ ਹੈ। ਮਨ ਤਨ ਸੀਤਲ ਹੋਇਆ ਭਾਈ, ਉਹਨਾਂ ਗੁਰੂ ਪਿਆਰਿਆਂ ਦਾ ਮਨ ਵੀ ਤੇ ਤਨ ਵੀ ਤੇ ਇਸ ਲਈ ਸਾਰਾ ਕੁਝ ਹੀ ਸੀਤਲ ਠੰਡਾ ਹੋ ਗਿਆ, ਸ਼ਾਂਤੀ ਵਰਤ ਜਾਂਦੀ ਹੈ ਭਾਈ। ਭੋਜਨ ਨਾਮ ਆਧਾਰ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਭੋਜਨ ਦਾ ਆਧਾਰ ਆਸਰਾ ਤੱਕਿਆ ਹੈ, ਨਾਨਕ ਤਿਸ ਸਰਣਾਗਤੀ ਭਾਈ। ਉਸ ਪ੍ਰਮਾਤਮਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ, ਹੈ ਭਾਈ। ਜੇ ਕਿਲ ਬਿਖ ਕਾਟਣ ਹਾਰ, ਜਿਹੜਾ ਪ੍ਰਮਾਤਮਾ ਵਾਹਿਗੁਰੂ ਕਿਲ ਨਿਸ਼ਚੇ ਕਰਕੇ ਬਿਖ ਬੱਜਰ ਤੇ ਸਮਾਨ ਦੋ ਤਰ੍ਹਾਂ ਦੇ ਪਾਪਾਂ ਨੂੰ ਕੱਟਣ ਵਾਲਾ ਹੈ। ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਧ ਸੰਗਤ ਜੀ ਇਹ ਪਾਵਨ ਸ੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਦੇ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਾਧ ਸੰਗਤ ਜੀ ਅੱਜ ਪਾਉਂਟਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਹਾਨ ਜਿਹੜੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਨੇ। ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਵੀ ਪੈਣੇ ਹਨ। ਸ਼੍ਰੀ ਮਨ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਿੰਦਾ ਸ਼ਹੀਦ ਦਾ ਸਨਮਾਨ ਪ੍ਰਾਪਤ ਹੈ, ਉਹ ਮਹਾਂਪੁਰਖ ਪਹੁੰਚੇ ਨੇ। ਸਮੂਹ ਨਿਹੰਗ ਸਿੰਘ ਜਥੇਬੰਦੀਆਂ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਨੇ। ਇੱਕ ਪਾਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਅੰਦਰ ਅਖੰਡ ਪਾਠ ਸਾਹਿਬਾਂ ਦੇ ਉਹ ਵੀ ਭੋਗ ਪਾਏ ਜਾਣੇ ਨੇ। ਸਮੁੱਚੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਆਪ ਜੀ ਨੇ ਖੇਮਾ ਬਖਸ਼ਣੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦਈਏ ਜੀ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਣਾਗਤੀ ਭਾਈ। ਜੇ ਕਿਲ ਬਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।